सतनाम श्री वाहिगुरु साहिब जीओ। एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद जप। आदि सच जुगाद सच है भी सच नानक होसी भी सच। बाणी गुरु गुरु है बाणी विच बाणी अमृत सारे। गुरबाणी कहे सेवक जन मानै प्रतख गुरु निस्तारे। रतना रतन पदारथ बहु सागर भरिया राम। बाणी गुरबाणी लागे तिन हथ चढ़िया राम। कहा बुद्ध प्रभ तुच्छ हमारी। बरन सकै महिमा जो तिहारी। हम ना सकत कर सिफत तुम्हारी। आप लेहो तुम कथा सुधारी। हम ना सकत कर सिफत तुम्हारी। आप लेहो तुम कथा सुधारी। सतनाम श्री वाहिगुरु साहिब जीओ। बब्बा बिंदह बिंद मिलावा। बिंदह बिंद ना बिछरन पावा। बब्बा
बिंदह बिंद मिलावा। वाहिगुरु जी का खालसा वाहिगुरु जी की फतेह। परम सन्मानयोग सतगुਰਾਂ ਦੀ ਸਾਜੀ ਅਤੇ ਨਿਵਾਜੀ गुरु प्यारी गुरु सवारी गुरु स्वरूप गुरु खालसा साध संगत बहुत ही वडभागे हो जो कि अमृत वेले दे सजे होए पावन पवित्र दरबारां अंदर चवर छत्र तखत दे मालक सरवरे कायनात दे स्वामी जुगो जुग अटल धन 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 सतगुरु साहिब श्री गुरु ग्रंथ साहिब महाराज साहिब जी दियाँ पावन पवित्र हाजरियाँ भर रहे हो। सजे हुए पावन पवित्र अमृत वेले दे दीवाना अंदर अमृत रूप चल रही लड़ीवार गुरबाणी दी अमृतमयी कथा विचार दा समा होया। संकल्पां विकल्पां दे ताईं प्रछिन्न करदियां होया मनोबिरतियां दे ताईं एकाग्र करदियां होया पावन पवित्र कल्याणकारी सतगुरु साहिबां वल्लों गुरबाणी द्वारा बख्शिश किया गया पावन पवित्र उपदेश श्रवण कर लाह प्राप्त करना करिए जी। सतनाम श्री वाहिगुरु साहिब जीओ। बब्बा बिंदह बिंद मिलावा। भगत कबीर साहिब जी अपनी गौड़ी बावन अखरी राहीं कल्याणकारी उपदेश बख्शिश करते हुए फरमा रहे हैं। बब्बा बिंदह बिंद मिलावा। बब्बे अखर द्वारा कबीर साहिब जी कथन करते हैं कि जदों बिंदह नामे जिहड़ा जानन वाला है बिंदन वाला जानन वाला जीव है जिस वक्त जीव नूं बिंद मिलावा बिंद नामे जानने जोग जो परमेश्वर है वो आप किरपा करके ते अपने स्वरूप विच मिलावा कहिए मेल लैंदा है। जिस वक्त जीव नूं ओ परमेश्वर अपने स्वरूप विच अभेद कर लैंदा है। बिंदह बिंद न बिशरन पावा।
ਤਾਂ ਜਿਹੜਾ ਬਿੰਦ ਹੈ ਕਹੀਏ ਜੀਵ ਤੇ ਬਿੰਦ ਨਾਮੇ ਬ੍ਰਹਮ, ਉਹ ਬ੍ਰਹਮ ਪਰਮੇਸ਼ਰ ਨਾਲੋਂ ਫਿਰ ਵਿਛੜਨਾ ਨਹੀਂ ਪਾਉਂਦਾ। ਉਸ ਵਿੱਚ ਅਭੇਦਤਾ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਅਥਵਾ ਜੋ ਈਸ਼ਵਰ ਦਾ ਬਿੰਦ ਹੈ ਨਾਮੇ ਸਤ ਚਿਤ ਆਨੰਦ ਸਰੂਪ ਹੈ, ਉਹੀ ਜੀਵ ਦਾ ਬਿੰਦ ਨਾਮੇ ਸਾਖੀ ਚੇਤਨ ਸਰੂਪ ਹੈ। ਜਦੋਂ ਦੋਨਾਂ ਦਾ ਮਿਲਾਪ ਹੋ ਜਾਂਦਾ ਹੈ, ਜੀਵ ਦਾ ਸਾਖੀ ਤੇ ਈਸ਼ਵਰ ਦਾ ਜੋ ਸਤ ਚਿਤ ਆਨੰਦ ਸਰੂਪ ਹੈ, ਤਾਂ ਮਿਲਾਪ ਹੋਣ ਉਪਰੰਤ ਦੁਬਾਰਾ ਨਾ ਵਿਛੜਨ ਪਾਵਾ, ਫਿਰ ਵਿਛੋੜਾ ਨਹੀਂ ਹੁੰਦਾ। ਇਹ ਇਸ ਤਰ੍ਹਾਂ ਜਿਵੇਂ ਸਤਿਗੁਰਾਂ ਦਾ ਫਰਮਾਨ ਹੈ ਕਿ ਸਖੀ ਵਸ ਆਇਆ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। ਇਹ ਉਸ ਹਰੀ ਦੀ ਰੀਤ ਹੈ, ਮਰਜ਼ਾਦਾ ਹੈ ਕਿ ਜਿਹਨੂੰ ਆਪਣੇ ਨਾਲ ਮੇਲ ਲੈਂਦਾ ਉਹਨੂੰ ਦੁਬਾਰਾ ਵਿਛੋੜਦਾ ਨਹੀਂ ਹੈ। ਬਾਹ ਪਕੜ ਠਾਕੁਰ ਹਉ ਕਿੱਦੀ, ਗੁਣ ਅਵਗਣ ਨਾ ਪਛਾਣੇ। ਜਿਹਨੂੰ ਬਾਂਹ ਫੜ ਕੇ ਬੁੱਧੀ ਰੂਪੀ ਤੇ ਆਪਣੀ ਸਿੰਘਾਸਣ ਆਪਣੀ ਛੇਜਾ ਤੇ ਜਿਸ ਜੀਵ ਇਸਤਰੀ ਨੂੰ ਉਹ ਬੁਲਾ ਲੈਂਦਾ ਹੈ, ਸੱਦ ਲੈਂਦਾ ਹੈ, ਉਹਨੂੰ ਫਿਰ ਆਪਣੇ ਨਾਲੋਂ ਵਿਛੋੜਦਾ ਨਹੀਂ ਹੈ। ਉਹ ਵਿਛੜ ਸਕਦਾ ਹੀ ਨਹੀਂ ਹੈ, ਕਿਉਂਕਿ ਇਸ ਤਰ੍ਹਾਂ ਮਿਲ ਪਿਆ ਹੈ ਕਿ ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਪਾਣੀ ਵਿੱਚ ਮਿਲਿਆ ਪਾਣੀ ਵਿਛੋੜਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਜਦ ਜੀਵ ਬ੍ਰਹਮ ਵਿੱਚ ਮਿਲ ਜਾਂਦਾ ਹੈ ਤਾਂ ਉਹਨੂੰ ਵਿਛੋੜਿਆ ਨਹੀਂ ਜਾ ਸਕਦਾ, ਉਹ ਵਿਛੜ ਹੀ ਨਹੀਂ ਸਕਦਾ। ਆਪਣੇ ਹੀ ਸ਼ੁੱਧ ਸਰੂਪ ਦੇ ਵਿੱਚ ਉਹਦਾ ਮਿਲਾਪ ਹੋ ਗਿਆ ਹੈ। ਤਾਂ ਕਬੀਰ ਸਾਹਿਬ ਜੀ ਫਰਮਾਉਂਦੇ ਹੈ ਕਿ ਇਸ ਤਰ੍ਹਾਂ ਭਾਈ ਇਹ ਬਿੰਦ ਜੋ ਜਾਣਨੇ ਵਾਲਾ ਹੈ, ਜਗਿਆਸੂ ਹੈ, ਜਿਹਦੇ ਅੰਦਰ ਜਾਣਨ ਦੀ ਤਾਂਘ ਹੈ, ਜਦ ਉਹ ਬਿੰਦ ਨੂੰ ਮਿਲ ਜਾਂਦਾ ਹੈ, ਬ੍ਰਹਮ ਨੂੰ ਮਿਲ ਜਾਂਦਾ ਹੈ, ਤਾਂ ਉਹਦਾ ਉੱਥੋਂ ਫਿਰ ਵਿਛੋੜਾ ਨਹੀਂ ਹੁੰਦਾ। ਉਹਦੇ ਵਿੱਚ ਏਕਤਾ ਨੂੰ ਪਾ ਲੈਂਦਾ ਹੈ, ਅਭੇਦਤਾ ਨੂੰ ਪਾ ਲੈਂਦਾ ਹੈ। ਬੰਦਾ ਹੋਏ ਬੰਦਗੀ ਗਹਿ, ਬੰਦਾ ਹੋਏ ਉਹ ਪਰਮੇਸ਼ਰ ਦਾ ਬੰਦਾ ਹੋ ਕੇ, ਬੰਦਾ ਮਾਇਨੇ ਦਾਸ ਹੋ ਕੇ, ਸੇਵਕ ਹੋ ਕੇ, ਉਹ ਪਰਮੇਸ਼ਰ ਦਾ ਦਾਸ ਹੋ ਕੇ ਬੰਦਗੀ ਗਹਿ, ਜਿਹੜੀ ਬੰਦਗੀ ਹੈ, ਭਗਤੀ ਹੈ, ਉਹਨੂੰ ਗ੍ਰਹਿਣ ਕਰੇ। ਜਿਹੜਾ ਉਸ ਨੂੰ ਮਿਲਣਾ ਚਾਹੁੰਦਾ ਹੈ, ਐਸੀ ਅਭੇਦਤਾ ਨੂੰ ਪਾਉਣਾ ਚਾਹੁੰਦਾ ਹੈ, ਉਹ ਬੰਦਾ ਹੋ ਕੇ, ਦਾਸ ਹੋ ਕੇ, ਤੇ ਬੰਦਗੀ ਜਿਹੜੀ ਭਗਤੀ ਹੈ ਉਹਨੂੰ ਗਹਿ ਨਾਮੇ ਧਾਰਨ ਕਰੇ। ਕਿਉਂਕਿ ਭਗਤੀ ਦੁਆਰਾ ਹੀ ਭਗਵੰਤ ਦੀ ਪ੍ਰਾਪਤੀ ਹੈ। ਕਹੋ ਕਬੀਰ ਭਗਤ ਕਰ ਪਾਇਆ,
ਭੋਲੇ ਭਾਏ ਮਿਲੇ ਰਘੁਰਾਇਆ। ਭਗਤੀ ਕਰਕੇ ਹੀ ਪਾਇਆ ਹੈ ਭਗਵੰਤ ਨੂੰ, ਜਿਸਨੇ ਵੀ ਪਾਇਆ। ਤਾਂ ਜਿਹੜਾ ਉਸ ਸਤਿ ਸਰੂਪ ਨੂੰ ਪਾ ਕੇ ਐਸੀ ਅਭੇਦਤਾ ਸਰੂਪ ਅਵਸਥਾ ਨੂੰ ਹਾਸਲ ਕਰਨਾ ਚਾਹੁੰਦਾ, ਜਿੱਥੋਂ ਦੁਬਾਰਾ ਵਿਛੜਨਾ ਨਾ ਹੋਵੇ, ਤਾਂ ਉਹ ਬੰਦਾ ਹੋਏ, ਦਾਸ ਹੋ ਜਾਵੇ, ਸਾਰਿਆਂ ਦੀ ਚਰਨ ਰਜ ਬਣ ਜਾਵੇ, ਦਾਸ ਮਾਇਨੇ ਸੇਵਕ ਹੋ ਜਾਵੇ ਸਾਰਿਆਂ ਦਾ। ਲੇਸ਼ ਮਾਤਰ ਅਹੰ ਭਾਵ ਨਹੀਂ ਰਹਿਣਾ ਚਾਹੀਦਾ, ਕਿਉਂਕਿ ਦਾਸ ਜੋ ਅਹੰ ਸੰਯੁਗਤ ਹੈ ਉਹ ਦਾਸ ਨਹੀਂ ਹੋ ਸਕਦਾ। ਜਿਹਦੇ ਅੰਦਰ ਅਹੰ ਭਾਵ ਹੈ ਉਹ ਦਾਸ ਨਹੀਂ ਹੈ। ਤਾਂ ਬੰਦਾ ਹੋਏ, ਬੰਦੋ ਮੈਨੇ ਦਾਸ ਹੋ ਕੇ, ਨਿਮਰਤਾ ਦਾ ਮੁਜੱਸਮਾ ਹੋ ਕੇ, ਬੰਦਗੀ ਹੈ ਜਿਹੜੀ ਭਗਤੀ ਹੈ, ਇਸ ਨੂੰ ਗ੍ਰਹਿਣ ਕਰੇ, ਭਗਤੀ ਨੂੰ ਆਪਣੇ ਹਿਰਦੇ ਵਿੱਚ ਵਸਾਵੇ, ਉਹਦੀ ਭਗਤੀ ਕਰੇ, ਉਹਦੀ ਬੰਦਗੀ ਕਰੇ। ਤੇ ਫਿਰ ਬੰਦਕ ਹੋਏ ਬੰਦ ਸੁਧ ਲਹਿ। ਬੰਦਕ ਹੋਏ, ਬੰਦਕ ਨਾਮੇ ਬੰਦਗੀ ਕਰਨ ਵਾਲਾ ਇਸ ਤਰ੍ਹਾਂ ਹੋ ਕੇ ਤੇ ਬੰਦ ਸੁਧ ਲਹਿ। ਬੰਦ ਨਾਮੇ ਸੰਬੰਧ। ਉਸ ਪਰਮੇਸ਼ਰ ਦੇ ਨਾਲ, ਉਸ ਵਾਹਿਗੁਰੂ ਦੇ ਨਾਲ ਜਿਹੜਾ ਸ਼ੁੱਧ ਸਰੂਪ ਹੈ, ਉਹਦੇ ਨਾਲ ਬੰਧ ਨਾਮੇ ਸੰਬੰਧ ਜਿਹੜਾ ਹੈ, ਮਿਲਾਪ ਜਿਹੜਾ ਹੈ, ਉਹਨੂੰ ਲਹਿ ਨਾਮੇ ਪ੍ਰਾਪਤ ਕਰ ਲੈਂਦਾ ਹੈ। ਅਥਵਾ ਉਸ ਪਰਮੇਸ਼ਰ ਦੀ ਬੰਧ ਨਾਮੇ ਸੰਬੰਧੀਆਂ ਦੀ ਨਿਆਈ ਸੁੱਧ ਮਾਇਨੇ ਖਬਰ ਜਿਹੜੀ ਹੈ ਉਹਨੂੰ ਲੈ ਲੈਂਦਾ ਹੈ। ਸੋ ਕਬੀਰ ਸਾਹਿਬ ਜੀ ਕਹਿੰਦੇ ਆ, ਭਾਈ ਜੀਵ ਉਸ ਪਰ ਬ੍ਰਹਮ ਸਰੂਪ ਦੇ ਵਿੱਚ ਅਭੇਦਤਾ ਨੂੰ ਪਾ ਲੈਂਦਾ ਹੈ। ਐਸੀ ਅਭੇਦਤਾ ਜਿੱਥੋਂ ਵਿਛੜਨਾ ਨਹੀਂ ਹੈ, ਪਰ ਉਹਦੀ ਪ੍ਰਾਪਤੀ ਵਾਸਤੇ ਕੁਝ ਐਸੀ ਨਿਯਮਾਵਲੀ ਹੈ, ਕੁਛ ਐਸੀ ਮਰਜ਼ਾਦਾ ਹੈ ਕਿ ਇੱਕ ਤਾਂ ਉਹ ਭਗਤੀ ਵਿੱਚ ਜੁੜ ਜਾਵੇ। ਨਵਦਾ 9 ਪ੍ਰਕਾਰ ਦੀ ਭਗਤੀ ਮੰਨੀ ਹੋਈ ਹੈ, ਜਿਨ੍ਹਾਂ ਵਿੱਚ ਸੇਵਾ ਭਗਤੀ ਵੀ ਹੈ, ਸਿਮਰਨ ਭਗਤੀ ਵੀ ਹੈ, ਸਰਵਣ ਭਗਤੀ ਵੀ ਹੈ, ਇਸੇ ਤਰ੍ਹਾਂ ਦਾਸਾ ਭਗਤੀ ਵੀ ਹੈ, ਸਖਾ ਭਗਤੀ ਵੀ ਹੈ। ਤਾਂ ਜੈਸੇ ਸੇਵਾ ਕਮਾਉਣੀ, ਜੈਸੇ ਸਿਮਰਨ ਕਰਨਾ, ਜੈਸੇ ਅੰਮ੍ਰਿਤਮਈ ਹਰੀ ਦਾ ਜਸ, ਉਹਦੀਆਂ ਕਥਾਵਾਂ, ਉਹਦੇ ਪ੍ਰਸੰਗ ਸਰਵਣ ਕਰਨੇ, ਕਿਸ ਤਰ੍ਹਾਂ ਉਹ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਹੇਤੂ ਨਰਸਿੰਘ ਰੂਪ ਧਾਰ ਕੇ ਪ੍ਰਗਟਿਆ ਸੀ, ਕਿਸ ਤਰ੍ਹਾਂ ਭਗਤ ਧਰੂ ਨੂੰ ਉਹਨੇ ਦਰਸ਼ਨ ਦਿੱਤੇ, ਕਿਸ ਤਰ੍ਹਾਂ ਉਹ ਇਹ ਵੱਖ-ਵੱਖ ਕਾਲਾਂ ਦੇ ਵਿੱਚ ਵੱਖ-ਵੱਖ ਰੂਪ ਧਾਰਨ ਕਰਕੇ ਉਹਨੇ ਕੌਤਕ ਕੀਤੇ ਹੈ। ਉਹ ਅਵਤਾਰਾਂ ਦੀਆਂ ਕਥਾਵਾਂ, ਭਗਤਾਂ ਦੀਆਂ ਕਥਾਵਾਂ, ਸਤਿਗੁਰਾਂ ਦੀਆਂ ਕਥਾਵਾਂ, ਗੁਰਸਿੱਖਾਂ ਦੀਆਂ ਕਥਾਵਾਂ ਦਾ ਸੁਣਨਾ, ਇਹ ਸਰਵਣ ਭਗਤੀ ਹੈ। ਦਾਸਾ ਭਗਤੀ ਹੈ, ਜੈਸੇ ਅਕਰੂਰ ਨੇ ਕਮਾਈ ਹੈ, ਇਸੇ ਤਰ੍ਹਾਂ ਸਖਾ ਭਗਤੀ ਹੈ, ਜੈਸੇ ਅਰਜਨ ਨੇ ਕਮਾਈ ਹੈ।
इसे प्रकार श्रवण भगति है, जैसे काक पसुंड करदा है श्रवण भगति, इयों सेवा भगति है जैसे लक्ष्मण ने कमाई है। इयों नवदा भगति 9 प्रकार की भगति है। इनू भगति नू ग्रहण करे, धारण करे, तां फिर ये बंधक होए, बंदगी करन वाला, भगती करन वाला हो के ते शुद्ध संबंध जिहड़ा है परमेश्वर नाल ये लहनामे प्राप्त कर लैंदा है, जिथों फिर दोबारा जिहड़ा है वो विछुड़ना नहीं हुंदा। पब्बा भिदह भेद मिलावा, भब्बे अखर द्वारा कबीर साहब जी कथन करते हैं, भेदह भेद मिलावा, जो 5 प्रकार का भेद है, जैसे जीव ते ईश का भेद है, जीव जड़ का भेद है, जड़ जड़ का भेद है, जीव जीव का भेद है ते जड़ ईश का भेद है। जिहड़ा भेद है भेद मिलावा, इस 5 प्रकार दे भेद नूं भेद मायने विन दिंदा है। विनना मायने नाश कर देना। जिहड़ा 5 प्रकार दे भेद नूं मेट लैंदा है, ਉਹ ਮਿਲਾਵਾ ਉਸ शुद्ध ਸਰੂਪ ਦੇ ਵਿੱਚ ਮਿਲ ਜਾਂਦਾ ਹੈ, ਉਹਦਾ ਮਿਲਾਪ ਹੋ ਜਾਂਦਾ ਹੈ। ਤਾਂ ਇਹ ਭੇਦ ਅਗਿਆਨ ਕਾਰਨ ਹੈ। ਮੈਂ ਵੱਖਰਾ ਹਾਂ ਤੇ तमाम ਜੀਵ ਮੇਰੇ ਤੋਂ ਵੱਖਰੇ ਹੈ। ਇਹ ਭੇਦ ਹੈ ਅਗਿਆਨਤਾ ਕਾਰਨ ਜੋ ਬਣ ਰਿਹਾ ਹੈ। जैसे अज्ञानता वस अनंत घड़े पए होए हन, ते सारे घड़ियां विच घटाकाश वख-वख दिखाई देई जा रहा है। आ घटाकाश वखरा है, आ घटाकाश वखरा है। ਤਾਂ ਗਿਆਨ ਅਵਸਥਾ ਦੁਆਰਾ ਬੋਧ ਹੋਵੇਗਾ ਕਿ ਆਕਾਸ਼ ਤੇ ਵੱਖਰਾ ਹੈ ਨਹੀਂ ਹੈ। ਘਟਾ ਉਪਾਧੀ ਹੈ ਜਿਸ ਕਾਰਨ ਆਕਾਸ਼ ਵੱਖਰਾ ਪ੍ਰਤੀਤ ਹੋ ਰਿਹਾ ਹੈ। ਜਿੱਦਾਂ ਇਉਂ ਕਹਿ ਲਓ ਘੜੇ ਵਿੱਚ ਪਾਣੀ ਭਰੇ, ਅਨੰਤ ਘੜੇ ਪਾਣੀ ਦੇ ਭਰੇ ਹੈ, ਉਹਨਾਂ ਦੇ ਵਿੱਚ ਸੂਰਜ ਦਾ ਅਕਸ ਪੈ ਰਿਹਾ। ਹੁਣ ਪ੍ਰਤੀਕ ਘੜੇ ਵਿੱਚ ਵੱਖਰਾ ਵੱਖਰਾ ਸੂਰਜ ਦਿਖਾਈ ਦੇ ਰਿਹਾ। ਗਿਆਨਤਾ ਬਸ ਸੂਰਜ ਕਿੰਨੇ ਹੋ ਗਏ ਆ, ਆਹ ਸੂਰਜ ਵੱਖਰਾ, ਇਸ ਘੜੇ 'ਚ ਸੂਰਜ ਵੱਖਰਾ, ਇਹ 'ਚ ਵੱਖਰਾ ਹੈ। ਤਾਂ ਇਹ ਭੇਦ ਅਗਿਆਨਤਾ ਕਾਰਨ ਹੈ, ਵਾਸਤਵਿਕ ਤੇ ਭੇਦ ਹੈ ਨਹੀਂ। ਜਦੋਂ ਗਿਆਨ ਦੀ ਵਿਚਾਰ ਦੁਆਰਾ ਵੇਖਿਆ ਤੇ ਪਤਾ ਲੱਗਾ ਸੂਰਜ ਤੇ ਇੱਕੋ ਹੀ ਹੈ। ਜਿਹੜਾ ਆਕਾਸ਼ ਵਿੱਚ ਹੈ ਉਹਦੇ ਅਕਸ ਹੈ ਅਨੰਤ। ਉਹ ਕਿਉਂ ਹੈ? ਕਿਉਂਕਿ ਘਟਾ ਉਪਾਧੀ ਕਰਕੇ ਹੈ, ਉਹਦੇ 'ਚ ਜਲ ਹੈ, ਪ੍ਰਤੀ ਇੱਕ ਘੜੇ ਵਿੱਚ ਜਲ ਹੋਣੇ ਕਰਕੇ ਉਹਦੇ ਅਕਸ ਵੱਖਰੇ ਵੱਖਰੇ ਦਿਖਾਈ ਦੇ ਰਹੇ। ਸੂਰਜ ਤਾਂ ਇੱਕ ਹੀ ਹੈ, ਉਹ ਘੜਿਆਂ ਕਰਕੇ ਸੂਰਜ ਵੱਖਰੇ ਵੱਖਰੇ ਪ੍ਰਤੀਤ ਹੋ ਰਹੇ ਹੈ, ਪਰ ਵਾਸਤਵਿਕ ਸੂਰਜ ਇੱਕ ਹੀ ਹੈ। ਇਸੇ ਤਰ੍ਹਾਂ ਇਹ ਅਗਿਆਨਤਾ ਵਸ ਭੇਦ ਹੈ ਕਿ ਮੈਂ ਵੱਖਰਾ ਹਾਂ ਤੇ ਬਾਕੀ ਤਮਾਮ ਜਿਹੜੇ ਅਜੀਬ ਹੈ ਇਹ ਮੇਰੇ ਤੋਂ ਵੱਖਰੇ ਹੈ।
ਫਿਰ ਮੈਂ ਵੱਖਰਾ ਹਾਂ ਤੇ ਆ ਜਿਹੜੇ ਜੜ ਹੈ, ਜੈਸੇ ਦਰਖਤ ਹੈ, ਪੱਥਰ ਹੈ, ਪਹਾੜ ਹੈ, ਇਹ ਮੇਰੇ ਤੋਂ ਵੱਖਰੇ ਹੈ, ਇਹ ਵੀ ਅਗਿਆਨਤਾ ਹੈ। ਫਿਰ ਅਗਿਆਨਤਾ ਕਾਰਨ ਇਹ ਵੀ ਭੇਦ ਹੈ ਕਿ ਪੱਥਰ ਤੇ ਪਹਾੜ ਦੋਵੇਂ ਵੱਖਰੇ ਵੱਖਰੇ ਹੈ, ਪਹਾੜ ਤੇ ਦਰਖਤ ਇਹ ਵੀ ਵੱਖਰੇ ਵੱਖਰੇ ਹੈ, ਇਹ ਵੀ ਅਗਿਆਨਤਾ ਦਾ ਭੇਦ ਹੈ। ਫਿਰ ਤਿੰਨ ਭੇਦ ਇਹ ਹੈ ਤੇ ਦੋ ਭੇਦ ਹੋਰ ਹੈ। ਇੱਕ ਇਹ ਕਿ ਪੱਥਰ ਵੱਖਰਾ ਹੈ ਤੇ ਪਰਮੇਸ਼ਰ ਵੱਖਰਾ ਹੈ, ਮੈਂ ਵੱਖਰਾ ਹਾਂ ਤੇ ਪਰਮੇਸ਼ਰ ਵੱਖਰਾ ਹੈ। ਇਹ ਪੰਜ ਭੇਦ ਇਹਨਾਂ ਨੂੰ ਕਹਿੰਦੇ ਹੈ, ਕਿਉਂਕਿ ਪੰਜ ਪ੍ਰਕਾਰ ਦੀਆਂ ਭ੍ਰਾਂਤੀਆਂ ਵਿੱਚੋਂ ਪਹਿਲੀ ਭੇਦ ਭ੍ਰਾਂਤੀ ਹੈ। ਭੇਦ ਭ੍ਰਾਂਤੀ ਦੇ ਹੀ ਪੰਜ ਭੇਦ ਹੈ। ਤਾਂ ਭੇਦ ਭਰਮ ਜਿਹੜਾ ਹੈ, ਜਿਹੜਾ ਉਹਨੂੰ ਭੇਦ ਨਾਮੇ ਵਿੰਨ ਲੈਂਦਾ, ਵਿੰਨ ਮੈਨੇ ਨਾਸ ਕਰ ਲੈਂਦਾ, ਤਾਂ ਉਹ ਮਿਲਾਵਾ, ਉਹਦਾ ਮਿਲਾਪ ਹੋ ਜਾਂਦਾ ਹੈ ਸ਼ੁੱਧ ਸਰੂਪ ਦੇ ਵਿੱਚ। ਜੈਸੇ ਸਾਰੇ ਘੜੇ ਜਿਹੜੇ ਹੈ ਉਹ ਘੜਿਆਂ ਕਰਕੇ ਭੇਦ ਸੀ, ਘੜਿਆਂ ਨੂੰ ਤੋੜ ਦਿੱਤਾ ਹੈ ਤਾਂ ਸੂਰਜ ਕਿੱਧਰ ਗਏ ਹੈ, ਜਿਹੜੇ ਵੱਖਰੇ ਵੱਖਰੇ ਦਿਸਦੇ ਸੀ। ਸੂਰਜ ਤਾਂ ਇੱਕ ਹੀ ਰਹਿ ਗਿਆ ਆਕਾਸ਼ ਅੰਤਰਿਕਸ਼ ਦੇ ਵਿੱਚ। ਤਾਂ ਇਸੇ ਤਰ੍ਹਾਂ ਜਦੋਂ ਭੇਦ ਭਰਮ ਮਿਟ ਜਾਂਦਾ ਹੈ ਤੇ ਫਿਰ ਵੱਖਰਾ ਵੱਖਰਾ ਨਹੀਂ ਰਹਿ ਜਾਂਦਾ, ਫਿਰ ਏਕਤਾ ਹੋ ਜਾਂਦੀ ਹੈ। ਜਾਂ ਹੋਰ ਸੁਖੇਨ, ਜੈਸੇ ਸੋਨੇ ਦੇ ਗਹਿਣੇ ਭਿੰਨ ਭਿੰਨ ਹੈ, ਵੱਖਰੇ ਵੱਖਰੇ ਹੈ, ਅਗਿਆਨਤਾ ਕਾਰਨ ਜਦੋਂ ਸਰਾਫ ਨੇ, ਸੁਨਿਆਰ ਨੇ ਸਮਝਾ ਦਿੱਤਾ ਹੈ ਕਿ ਗਹਿਣੇ ਦਾ ਆਕਾਰ ਭਿੰਨ ਹੋ ਸਕਦਾ ਹੈ ਪਰ ਹੈ ਤੇ ਸੋਨਾ ਹੀ ਹੈ। ਜਦੋਂ ਦ੍ਰਿਸ਼ਟੀ ਗਹਿਣੇ 'ਤੇ ਸੀ ਤੇ ਵੱਖਰੇ ਵੱਖਰੇ ਲੱਗਦੇ ਸੀ, ਜਦੋਂ ਦ੍ਰਿਸ਼ਟੀ ਸੋਨੇ 'ਤੇ ਗਈ ਤੇ ਫਿਰ ਤੇ ਇੱਕੋ ਹੀ ਦਿਸੀ ਗਿਆ, ਸੋਨਾ ਹੀ ਹੈ। ਚਾਹੇ ਕੰਨ ਦਾ ਕੁੰਡਲ ਹੈ ਜਾਂ ਹੱਥ ਦਾ ਕੰਗਣ ਹੈ ਜਾਂ ਗਲ ਦਾ ਹਾਰ ਹੈ, ਫਿਰ ਤਾਂ ਉਂਗਲ ਦੀ ਛਾਪ ਹੈ, ਉਹ ਸਾਰੇ ਸੋਨਾ ਹੀ ਦਿਸੀ ਗਏ। ਤਾਂ ਇਹ ਜਿਹੜਾ ਭੇਦ ਹੈ ਪੰਜ ਪ੍ਰਕਾਰ ਦਾ, ਜਿਹੜਾ ਇਹਨੂੰ ਭੇਦ ਲੈਂਦਾ ਹੈ, ਜਿਹੜਾ ਇਹਨੂੰ ਵਿੰਨ ਲੈਂਦਾ ਹੈ, ਜਿਹੜਾ ਇਹਨੂੰ ਨਾਸ ਕਰ ਲੈਂਦਾ ਹੈ, ਕਬੀਰ ਸਾਹਿਬ ਜੀ ਕਹਿੰਦੇ ਉਹਦਾ ਫਿਰ ਮਿਲਾਵਾ, ਮਿਲਾਪ ਹੋ ਜਾਂਦਾ ਹੈ, ਪਰਮੇਸ਼ਰ ਨਾਲ ਉਹ ਮਿਲ ਜਾਂਦਾ ਹੈ। ਅਬ ਭਉ ਭਾਨ ਭਰੋਸਾ ਆਵਾ, ਅਬ ਭਉ ਭਾਨ ਭਰੋਸਾ ਆਵਾ। ਜਦੋਂ ਦਾ ਮਹਾਰਾਜ ਤੇ ਭਰੋਸਾ ਆ ਗਿਆ, ਅਬ ਨਾਮੇ ਹੁਣ, ਉਦੋਂ ਦਾ 7 ਪ੍ਰਕਾਰ ਦਾ ਜਿਹੜਾ ਭੈ ਸੀ, ਭਾਨ ਨਾਮੇ ਭੰਨ ਦਿੱਤਾ, ਭਾਵ ਖੰਡ ਦਿੱਤਾ, ਨਿਵਰਤ ਕਰ ਦਿੱਤਾ। ਅਥਵਾ ਜਦੋਂ ਦਾ ਗੁਰਾਂ ਦੇ ਉਪਦੇਸ਼ ਦੇ ਉੱਪਰ ਭਰੋਸਾ ਆਵਾ, ਭਰੋਸਾ ਆ ਗਿਆ ਗੁਰਾਂ ਦੇ ਉਪਦੇਸ਼ ਤੇ ਦ੍ਰਿੜ ਵਿਸ਼ਵਾਸ ਆ ਗਿਆ ਕਿ ਸਤਿਗੁਰੂ ਜੀ ਜੋ ਕਹਿ ਰਹੇ ਆ ਉਹ ਸੰਪੂਰਨ ਸਤਿਆ ਹੈ, ਤਾਂ ਸਤਿਆ ਜਾਣ ਕੇ ਉਹਨੂੰ ਮੰਨ ਲਿਆ। ਉਦੋਂ ਤੋਂ ਕਹਿੰਦੇ ਅਸਤੀ ਭਾਂਤੀ ਪ੍ਰਿਯਤਾ ਰੂਪ, ਨਿਜ ਸਰੂਪ ਜਿਹੜਾ ਸੀ ਉਹਦੀ ਨਿਆਈ ਪ੍ਰਤੀਤ ਹੋ ਗਿਆ। ਅਸਤੀ ਭਾਂਤੀ ਪ੍ਰਿਯਤਾ ਜਿਹੜਾ ਸੀ ਉਹ ਨਿੱਜੀ ਸਰੂਪ ਕਰਕੇ ਦਿਖਾਈ ਦੇ ਗਿਆ, ਤੇ ਅਗਿਆਨਤਾ ਦੇ ਹਨੇਰੇ ਕਰਕੇ ਜਿਹੜਾ ਜੰਮਣ ਮਰਨ ਦਾ ਭੈ ਸੀ ਉਹ ਵੀ ਸਾਰਾ ਸਮਾਪਤ ਹੋ ਗਿਆ। ਇਹ ਜੰਮਣਾ ਤੇ ਮਰਨਾ ਇਹ ਸਰੀਰ ਦਾ, ਸਥੂਲ ਸਰੀਰ ਦਾ ਜਿਹੜਾ ਇਹ ਹਿੱਸਾ ਹੈ।
ਜੋ ਮੇਰਾ ਵਾਸਤਵਿਕ ਸਰੂਪ ਹੈ, ਸ਼ੁੱਧ ਸਰੂਪ ਹੈ, ਨਾ ਤਾਂ ਉਹ ਜਨਮਦਾ ਤੇ ਨਾ ਹੀ ਉਸ ਦੀ ਮ੍ਰਿਤੂ ਹੈ। ਪਰ ਅਗਿਆਨਤਾ ਵਾਸਤੇ ਭੈ ਸੀ ਕਿ ਮੈਂ ਮਰ ਜਾਵਾਂਗਾ। ਹਰ ਸਮੇਂ ਇਹ ਭੈ ਬਣਿਆ ਰਹਿੰਦਾ ਸੀ, ਮੌਤ ਦਾ ਭੈ, ਕਾਲ ਦਾ। ਸ਼ਤਰੂ ਤੋਂ ਭੈ ਨਹੀਂ ਲੱਗਦਾ ਜੀਵ ਨੂੰ, ਆਪਣੀ ਮੌਤ ਤੋਂ ਭੈ ਲੱਗਦਾ। ਸਰਪ ਤੋਂ ਭੈ ਨਹੀਂ ਲੱਗਦਾ ਜੀਵ ਨੂੰ, ਆਪਣੀ ਮੌਤ ਤੋਂ ਭੈ ਲੱਗਦਾ ਹੈ। ਚੱਲਦੀਆਂ ਗੋਲੀਆਂ ਤੋਂ ਭੈ ਨਹੀਂ ਲੱਗਦਾ, ਆਪਣੀ ਮੌਤ ਤੋਂ ਭੈ ਲੱਗਦਾ ਹੈ। ਜੀਵ ਆਪਣੇ ਕਾਲ ਤੋਂ ਡਰਦਾ ਹੈ ਕਿ ਮਤਾਂ ਕਿਤੇ ਮੈਂ ਮਾਰੀ ਨਾ ਜਾਵਾਂ। ਭੈ ਆਪਣੀ ਮੌਤ ਦਾ ਹੈ। ਪਹਾੜ ਦੀ ਸਿਖਰ ਤੋਂ ਛਾਲ ਮਾਰਨਾ ਜੀਵ ਨੂੰ ਭੈ ਇਸ ਵਾਸਤੇ ਨਹੀਂ ਕਿ ਉਚਾਈ ਤੋਂ ਮੈਂ ਛਾਲ ਮਾਰ ਰਿਹਾ, ਭੈ ਕਿ ਮੈਂ ਡਿੱਗ ਕੇ ਮਰ ਜਾਵਾਂਗਾ। ਭੈ ਆਪਣੀ ਮੌਤ ਦਾ ਹੈ। ਤਾਂ ਜਿਸ ਵਕਤ ਸ਼ੁੱਧ ਸਰੂਪ ਨੂੰ ਜਾਣ ਲਿਆ, ਅਸਤੀ ਭਾਂਤੀ ਪ੍ਰਿਯਤਾ ਰੂਪ ਜੋ ਮੇਰਾ ਸਰੂਪ ਹੈ, ਉਹਨੂੰ ਬੁੱਝ ਲਿਆ, ਤਾਂ ਕਾਲ ਦਾ ਭੈ ਸਮਾਪਤ ਹੋ ਗਿਆ। ਕਿਉਂਕਿ ਜਿਹੜਾ ਨਾਮ ਤੇ ਰੂਪ ਹੈ ਇਹ ਮਾਇਆ ਦਾ ਹੈ, ਤੇ ਨਾਮ ਤੇ ਰੂਪ ਦੇ ਅੰਤਰ ਜਾਂ ਨਾਮ ਤੇ ਰੂਪ ਦਾ ਜੋ ਆਧਾਰ ਹੈ ਉਹ ਅਸਤੀ ਭਾਂਤੀ ਪ੍ਰਿਯਤਾ, ਉਹ ਮੇਰਾ ਸ਼ੁੱਧ ਸਰੂਪ ਹੈ। ਇਹਨੂੰ ਥੋੜ੍ਹਾ ਸੁਖੇਨ ਕਰਕੇ ਸਮਝਦੇ ਹਾਂ, ਵਿਅਸ਼ਟੀ ਤਲ 'ਤੇ ਸਮਝਦੇ ਹਾਂ, ਫਿਰ ਸਮਸ਼ਟੀ ਤਲ 'ਤੇ ਵਿਚਾਰ ਲੈਣਾ। ਜੈਸੇ ਕੋਈ ਇੱਕ ਵਸਤੂ ਹੈ, ਕੋਈ ਇੱਕ ਪਦਾਰਥ ਹੈ ਜੋ ਅਸੀਂ ਅੱਖਾਂ ਨਾਲ ਵੇਖ ਪਾ ਰਹੇ ਹਾਂ, ਤਾਂ ਉਹ ਜੋ ਦਿਸ ਰਿਹਾ ਹੈ ਉਹ ਅਸਤੀ ਹੈ। ਜੋ ਦਿਸ ਰਿਹਾ ਹੈ ਨਾ ਉਹ ਅਸਤੀ ਨਾਮੇ ਹੈ ਤਾਂ ਦਿਸ ਰਿਹਾ ਹੈ, ਅਨਿਅਥਾ ਦਿਸੇਗਾ ਨਹੀਂ। ਤੇ ਇਹਦੇ ਵਿੱਚ ਇਹ ਵੀ ਖਿਆਲ ਰੱਖਣਾ, ਜੈਸੇ ਪਹਿਲਾਂ ਦੱਸਿਆ ਸੀ ਕਿ ਤਿੰਨਾਂ ਕਾਲਾਂ ਵਿੱਚ ਜੋ ਹੋਵੇ ਉਹ ਸੱਚਾ ਹੁੰਦਾ ਹੈ, ਜੋ ਮੱਧਿਆ ਕਾਲ ਵਿੱਚ ਹੋਵੇ ਉਹ ਸੱਚਾ ਹੁੰਦਾ ਨਹੀਂ ਹੈ। ਪਰ ਜੋ ਵੀ ਦਿਖਾਈ ਦੇ ਰਿਹਾ ਹੋਵੇ, ਚਾਹੇ ਉਹ ਮੱਧਿਆ ਕਾਲ ਵਿੱਚ ਹੀ ਹੈ, ਉਹਦਾ ਆਧਾਰ ਹੁੰਦਾ ਤਾਂ ਉਹ ਦਿਸਦਾ। ਹਨੇਰੇ 'ਚ ਰੱਸੀ ਹੋਈ ਨਹੀਂ ਹੈ, ਸਰਪ ਨਹੀਂ ਦਿਸੇਗਾ। ਜੇ ਰੱਸੀ ਹੈ ਤਾਂ ਸਰਪ ਵੀ ਦਿਸੇਗਾ। ਤਾਂ ਇਸੇ ਤਰ੍ਹਾਂ ਅਸਤੀ ਮਾਇਨੇ ਹੈ, ਜੋ ਪਦਾਰਥ ਅਸੀਂ ਵੇਖ ਪਾ ਰਹੇ ਹਾਂ, ਜੋ ਸਾਨੂੰ ਦਿਸ ਰਿਹਾ ਹੈ ਵਰਤਮਾਨ ਸਮੇਂ ਦੇ ਵਿੱਚ, ਜੋ ਜਿੱਥੇ ਸਾਰਿਆਂ ਦਾ ਹੀ ਧਿਆਨ ਹੈ, ਜੈਸੇ ਮੋਬਾਈਲ ਹੈ ਤਾਂ ਹੈ, ਇਹ ਹੈ ਤਾਂ ਦਿਸ ਰਿਹਾ ਹੈ, ਪਰ ਤਿੰਨਾਂ ਕਾਲਾਂ ਵਿੱਚ ਤੇ ਹੈ ਨਹੀਂ ਹੈ। ਮੋਬਾਈਲ ਜਿਹੜਾ ਹੈ ਉਹ ਤਿੰਨਾਂ ਸਮਿਆਂ ਵਿੱਚ ਨਹੀਂ ਹੈ, ਪਰ ਫਿਰ ਵੀ ਜਿਹੜਾ ਅਸਤੀ ਮਾਇਨੇ ਹੈ, ਜਿਸ ਨੂੰ ਅਸੀਂ ਵੇਖ ਪਾ ਰਹੇ ਹਾਂ, ਉਹ ਤਾਂ ਵੇਖ ਪਾ ਰਹੇ ਹਾਂ ਕਿਉਂਕਿ ਉਹ ਹੈ। ਭਾਂਤੀ ਭਾਸ ਵੀ ਰਿਹਾ ਹੈ, ਸਾਨੂੰ ਦਿਸ ਵੀ ਰਿਹਾ ਹੈ, ਕੈਸਾ ਉਹਦਾ ਆਕਾਰ ਹੈ, ਕਿਸ ਤਰ੍ਹਾਂ ਦਾ ਉਹ ਵੱਡਾ ਹੈ, ਛੋਟਾ ਹੈ, ਪਤਲਾ ਹੈ, ਮੋਟਾ ਹੈ, ਸਾਨੂੰ ਭਾਸ ਰਿਹਾ ਹੈ। ਤਾਂ ਪ੍ਰਿਯ ਨਾਮੇ ਪਿਆਰਾ ਲੱਗ ਰਿਹਾ ਹੈ। ਇੱਕ ਸੈਕਿੰਡ ਮੋਬਾਈਲ ਕਿਸੇ ਦੇ ਕੋਲੋਂ ਪਾਸਿਓਲੇ ਹੋ ਜਾਵੇ ਤੇ ਉਹਨੂੰ ਹਲਚਲੀ ਮਚ ਜਾਂਦੀ ਹੈ ਕਿ ਮੋਬਾਈਲ ਕਿੱਧਰ ਚਲੇ ਗਿਆ। ਤਾਂ ਇਹ ਜਿਹੜਾ ਅਸਤੀ ਹੈ, ਇਹ ਗੁਣ ਚੇਤਨ ਦਾ ਹੈ।
क्योंकि चेतन करके वो है। जैसे पहलों कहा सी ना, रस्सी है तां सर्प है, अन्यथा सर्प नहीं है। चेतन है तां ही मोबाइल दिखाई दे रहा, चेतन बिना मोबाइल दिखाई दे नहीं सकता। असती मायने है गुण चेतन दा है, मोबाइल दा नहीं है। भांति प्रतीत होना, प्रतीत होना गुण जिहड़ा है वो चेतन दा है, ना कि मोबाइल दा है। प्रिय लगना गुण भी चेतन दा है, ना कि मोबाइल दा है। सो वो जो असती सत्य है, भांति चेतन है, प्रिय आनंद स्वरूप है। ये तीन जिहड़े लक्षण है, इन्हां राही चेतन मोबाइल दे विच व्यापक है, चेतन मोबाइल विच है। पर दो गुण जिहड़े इस दे नाम ते रूप, ये माया दे है। मोबाइल इसनूं असी नाम दिता होया है, ते जिहड़ा इहदा रूप है सानूं दिस रहा रूप, वो माया दा। नाम ते रूप मिट जाण वाला, क्योंकि वो माया दा है। ना तो इहदा रूप रहेगा जिहड़ा दिस रहा है, ते ना इहदा नाम जिहड़ा मोबाइल है भी नहीं रहेगा। दोवें मिट गए, की रह गया? वो नहीं मिटिया जो चेतन इहदे विच सी, असती भांति प्रियता रूप, वो शुद्ध मेरा स्वरूप है। इनू समष्टि तल ते विचार लेना। सारे ब्रह्मंड विच जो दिस रहा है, दिस तां रहा क्योंकि असती है गुण चेतन दा है, उहदे सिवाय कुछ है नहीं है। ते भांति प्रतीत हो रहा है, कैसी कुदरत दिखाई दे रही है, इहदा दिसना भी वो चेतन दे आश्रित है। ते प्रिय लग रही है कायनात, कुदरत प्यारी लगती है, तो ये प्रिय लगना भी चेतन का गुण है। पर ये जिहड़ा दिस रहा रूप है, सारे ब्रह्मंड का जिहड़ा रूप सानू दिखाई दे रहा है, तो जो इहदा नाम है संसार है जां ब्रह्मंड है, जां इसनूं जगत कह दिंदा है, कोई संसार कह दिंदा है, कोई इसनूं ब्रह्मंड कह दिंदा है, कईयां ने होर भिन्न भिन्न नाम रखे है। तो ये ना तो नाम रहेगा, ना ये रूप रहेगा। पर जिहड़ा असती भांति प्रिय है, वो हमेशा इसी तरह रहेगा, वो मेरा वास्तविक स्वरूप है। तो हुण भगत कबीर साहब जी के शब्दों ते आइए। कबीर साहब जी कथन करते हैं कि अब भाओ भान भरोसो आवा। जदों गुरां दे उपदेश दे उपर भरोसा आ गया, दृढ़ विश्वास आ गया, तो उदों असती भांति प्रियता रूप जिहड़ा निजी स्वरूप दी न्याई प्रतीत होया है, ते अगियान दे हनेरे करके जो जमन मरण दा भै सी वो समाप्त हो गया। क्योंकि नाम रूप मेरे नहीं है, ते नाम रूप मैं भी नहीं है। नाम रूप मेरे नहीं है, नाम रूप मैं नहीं है, ते मिटेगा कि नाम ते रूप मैं। ते सत चित आनंद असती भांति प्रेता रूप हाँ, साक्षी हाँ। इन्हां दा नाम ते रूप दा मैं साक्षी हाँ। आ नाम है, वख वख नाम रखे है शरीरां दे। आत्मा का नाम तो एक ही है, तो आत्मा है भी एक ही है। तो शरीरां दे नाम हनगे, फलाने का नाम है जिहड़ा है वो फलाने का नाम इयों विशिष्ट है, फलाने का नाम वाल्मीक है, इयों भिन्न भिन्न नाम है। फलाने का नाम जिहड़ा है वो सरवण है, फलाने का नाम जिहड़ा है वो रामू है, शामू है। इयों भिन्न भिन्न शरीरां दे नाम हनगे। तो आकार जिहड़े दिखाई दे रहे हैं शरीरां दे, तो ये दोनों माया दे है ते नाशवंत है।
ਪਰ ਜੋ ਮੇਰਾ ਸਰੂਪ ਹੈ ਉਹ ਇੱਕ ਹੈ, ਉਹ ਅਸਤੀ ਭਾਂਤੀ ਪ੍ਰੇਤਾ ਹੈ, ਉਹ ਮਿਟਣ ਵਾਲਾ ਨਹੀਂ ਹੈ। ਜਦੋਂ ਗੁਰਾਂ ਦੇ ਉਪਦੇਸ਼ ਦੇ ਉੱਪਰ ਭਰੋਸਾ ਆ ਗਿਆ ਤੇ ਗੁਰਾਂ ਦੇ ਉਪਦੇਸ਼ ਦੁਆਰਾ ਇਹ ਗੱਲ ਪਕੜ ਵਿੱਚ ਆ ਗਈ ਤਾਂ ਭੈ ਕਿਸ ਗੱਲ ਦਾ ਹੋਵੇਗਾ। ਫਿਰ ਤੇ ਭੈ ਮਿਟੀ ਨਹੀਂ ਜਾਂਦਾ, ਮਿਟੀ ਨਹੀਂ, ਫਿਰ ਤਾਂ ਉਹ ਭੈ ਰਹਿ ਨਹੀਂ ਜਾਂਦਾ। ਫਿਰ ਤਾਂ ਸੀਸ ਤੇ ਆਰਾ ਵੀ ਚੱਲਦਾ ਹੈ ਤੇ ਪ੍ਰਵਾਹ ਕੋਈ ਨਹੀਂ ਹੈ, ਕਿਉਂਕਿ ਪਤਾ ਹੈ ਮੈਂ ਮਿਟਣ ਵਾਲਾ ਹਾਂ ਨਹੀਂ। ਸਰੀਰ ਮਿਟੇਗਾ ਇਹ ਤੇ ਨਿਸ਼ਚਿਤ ਮਿਟੇਗਾ। ਜੇ 2-4 ਸਾਲ ਹੋਰ ਵੀ ਜੀ ਲਈਏ, ਅਥਵਾ ਭਗਤ ਜੀ ਦਾ ਕਥਨ ਹੈ ਕਿ ਜੇ 100 ਵਰਿਆ ਜੀਵਨਾ ਭੀ ਤਨ ਹੋਸੀ ਖੇ, ਸਰੀਰ ਤਾਂ ਮਿੱਟੀ ਰੂਪ ਹੋਣਾ ਹੀ ਹੈ। ਇਹ 100 ਸਾਲ ਹੋਰ ਵੀ ਜੀ ਲਵਾਂਗੇ ਤਦ ਵੀ ਮਿੱਟੀ ਵਿੱਚ ਹੀ ਮਿਲਣਾ ਹੈ। ਤਾਂ ਜੋ ਮੈਂ ਹਾਂ ਉਹ ਹਮੇਸ਼ਾ ਰਹਿਣ ਵਾਲਾ ਹਾਂ। ਫਿਰ ਤਾਂ ਖੋਪਰ ਲੱਥਣ ਤੋਂ ਵੀ ਪ੍ਰਵਾਹ ਨਹੀਂ ਹੈ, ਫਿਰ ਤਾਂ ਬੰਦ ਕੱਟਣ ਤੋਂ ਵੀ ਪ੍ਰਵਾਹ ਨਹੀਂ ਹੈ, ਕਿਉਂਕਿ ਉਹ ਅਸਤੀ ਭਾਂਤੀ ਪ੍ਰੇਤਾ ਰੂਪ ਨੂੰ ਜਾਣ ਲਿਆ ਹੈ। ਤਾਂ ਜਿਹੜਾ ਭਉ ਡਰ ਸੀ ਜੰਮਣ ਤੇ ਮਰਨ ਦਾ, ਉਹ ਸਾਰਾ ਭਾਨ ਭੱਜ ਗਿਆ ਹੈ। ਭੰਨ ਨਿਤਾ ਨਾਮੇ ਤੋੜ ਦਿੱਤਾ ਹੈ, ਭੈ ਰਿਹਾ ਹੀ ਕੋਈ ਨਹੀਂ ਹੈ। ਕਿਉਂਕਿ ਭਰੋਸਾ ਆਵਾ ਗੁਰਾਂ ਦੇ ਬਚਨਾਂ 'ਤੇ ਭਰੋਸਾ ਆ ਗਿਆ। ਸਤਿਗੁਰਾਂ ਨੇ ਜਨਾ ਦਿੱਤਾ ਹੈ ਜੀਵ, ਜੋ ਤੇਰਾ ਵਾਸਤਵਿਕ ਸਰੂਪ ਹੈ ਉਹ ਕਾਲ ਦੀ ਸੀਮਾ ਤੋਂ ਬਾਹਰ ਹੈ। ਕਾਲ ਦੀ ਸੀਮਾ ਮਾਇਆਵੀ ਸੰਸਾਰ ਤੱਕ ਹੈ। ਤੂੰ ਇਹ ਮਾਇਆਵੀ ਸੰਸਾਰ ਤੋਂ ਉੱਪਰ, ਕਾਲ ਦੀ ਸੀਮਾ ਤੋਂ ਪਰੇ ਅਕਾਲ ਸਰੂਪ ਹੈ। ਜਦੋਂ ਗੁਰਾਂ ਦੇ ਬਚਨਾਂ 'ਤੇ ਭਰੋਸਾ ਆਇਆ ਤਾਂ ਫਿਰ ਜਿਹੜਾ ਇਹ 5 ਪ੍ਰਕਾਰ ਦਾ ਭੇਦ ਸੀ ਇਹ ਵੀ ਮਿਟ ਗਿਆ, ਜਿਸ ਕਰਕੇ ਉਹ ਸ਼ੁੱਧ ਸਰੂਪ ਨਾਲ ਮਿਲਾਪ ਹੋ ਗਿਆ। ਜੋ ਬਾਹਰ ਸੋ ਭੀਤਰ ਜਾਣਿਆ। ਬਾਹਰ, ਜਿਹਨੂੰ ਬਾਹਰ ਸਮਝਦੇ ਸੀ ਨਾ ਖੰਡਾਂ ਬ੍ਰਹਿਮੰਡਾਂ ਦੇ ਵਿੱਚ, ਜਿਹਨੂੰ ਬਾਹਰ ਵੇਖਦੇ ਸੀ ਉਹ ਫਲਾਣੇ ਥਾਂ 'ਤੇ ਹੈ, ਕਿਸੇ ਮੰਦਰ ਦੇ ਵਿੱਚ ਬੈਠਾ ਹੈ, ਜਾਂ ਮਸਜਿਦ ਵਿੱਚ ਬੈਠਾ ਹੈ, ਜਾਂ ਕਿਸੇ ਉਹ ਗੁਰਦੁਆਰੇ ਬੈਠਾ ਹੈ। ਬਾਹਰ ਅਸੀਂ ਵਹਿੰਦੇ ਸੀ ਜਾ ਕੇ ਖਣੀ ਕਿਸੇ ਤੀਰਥ 'ਤੇ ਬੈਠਾ ਹੋਇਆ ਹੈ। ਬਾਹਰ ਭਾਲਦੇ ਸੀ ਖਣੀ ਕਿਤੇ ਉਹ ਦੱਖਣ ਵਿੱਚ ਬੈਠਾ ਹੈ, ਦੱਖਣ ਦੇਸ ਹਰੀਕਾ ਬਾਸਾ ਪੱਛਮ ਅੱਲ੍ਹੈ ਮੁਕਾਮਾ, ਖਣੀ ਉਹ ਮੱਕੇ 'ਚ ਬੈਠਾ ਹੋਇਆ ਪੱਛਮ 'ਚ। ਜਾਂ ਬਾਹਰ ਭਾਲਦੇ ਫਿਰਦੇ ਸੀ ਉਹ 7ਵੇਂ ਆਕਾਸ਼ 'ਤੇ ਬੈਠਾ ਹੋਇਆ, ਐਸਾ ਵੀ ਸੁਣਿਆ ਸੀ। ਇਉਂ ਵੀ ਪਤਾ ਲੱਗਾ ਕਿ ਉਹ 7ਵੇਂ ਪਤਾਲ ਵਿੱਚ ਸ਼ੇਸ਼ਨਾਗ ਦੀ ਸ਼ੇਜਾ 'ਤੇ ਬੈਠਾ ਹੋਇਆ ਹੈ। ਇਉਂ ਵੱਖ ਥਾਵਾਂ 'ਤੇ ਭਾਲ ਰਹੇ ਸੀ, ਢੂੰਡ ਰਹੇ ਸੀ, ਬਾਹਰ ਲੱਭ ਰਹੇ ਸੀ। ਤੇ ਸਤਿਗੁਰਾਂ ਦੇ ਬਚਨਾਂ 'ਤੇ ਜਿਸ ਵੇਲੇ ਭਰੋਸਾ ਆਇਆ ਤੇ ਅਸਤੀ ਭਾਂਤੀ ਪ੍ਰੇਤਾ ਰੂਪ ਦੀ ਸਮਝ ਆਈ, ਪਕੜ ਆਈ, ਤਾਂ ਜਾਣਿਆ ਕਿ ਉਹ ਸੋ ਭੀਤਰ, ਉਹ ਤੇ ਅੰਦਰ ਹੈ, ਬੈਠਾ ਹੋਇਆ ਹੈ। ਸਭਨੀ ਘਟੀ 100 ਵਸ ਹੈ, ਉਹ ਤੇ ਸਾਰਿਆਂ ਘਟਾਂ ਦੇ ਵਿੱਚ ਹੈ, ਤੇ ਉਹ ਤਾਂ ਇਸ ਘਟ ਵਿੱਚ ਵੀ ਬੈਠਾ ਹੋਇਆ ਹੈ। ਤਾਂ ਪੱਛਮ ਅੱਲ੍ਹੈ ਮੁਕਾਮਾ, ਦੱਖਣ ਦੇਸ ਹਰੀਕਾ ਬਾਸਾ ਪੱਛਮ ਅੱਲ੍ਹੈ ਮੁਕਾਮਾ। ਤਾਂ ਦਿਲ ਮਹਿ ਖੋਜ ਦਿਲੈ ਦਿਲ ਖੋਜੋ, ਇਸੀ ਠੌਰ ਮੁਕਾਮਾ। ਜਦੋਂ ਸਤਿਗੁਰਾਂ ਨੇ ਸਮਝਾਇਆ ਕਿ ਭਲਿਆ ਅੰਦਰ ਫਰੋਲ, ਮੰਦਰ ਮਸਜਿਦ ਗੁਰਦੁਆਰੇ ਤੇਰੀ ਸੁਰਤ ਨੂੰ ਅੰਤਰਮੁਖ ਮੋੜਨ ਵਾਲੇ ਹਨਗੇ। ਇਸ ਵਾਸਤੇ ਨਾ ਧਾਰਮਿਕ ਸਥਾਨਾਂ ਦੀ ਮਹੱਤਵਤਾ ਹੈ ਕਿ ਇਹ ਤੇਰਾ ਰਾਹ ਜਿਹੜਾ ਹੈ ਨਾ, ਉਸ ਰਾਹ ਤੋਂ ਜਿੱਥੋਂ ਤੂੰ ਭਟਕਿਆ ਹੋਇਆ, ਉਸ ਰਾਹ ਤੋਂ ਮੋੜ ਕੇ ਤੇਰੀ ਸੁਰਤ ਨੂੰ ਅੰਤਰਮੁਖ ਮੋੜਨ ਵਾਲੇ ਹੈ। ਪਰ ਲੱਭੇਗਾ ਤੈਨੂੰ ਬਾਹਰੋਂ ਕਿਧਰੇ ਵੀ ਨਹੀਂ, ਚਾਹੇ ਕਿਤਨੇ ਵੀ ਤੂੰ ਸਾਲ ਗੁਜ਼ਾਰ ਦੇ, ਕਿੰਨਾ ਸਮਾਂ ਲੰਘਾ ਲੈ,
ਬਾਹਰੋਂ ਨਾ ਕਿਸੇ ਨੂੰ ਮਿਲਿਆ ਤੇ ਨਾ ਹੀ ਕਿਸੇ ਨੂੰ ਮਿਲਣਾ। ਜਿਵੇਂ ਬੁੱਲੇ ਸ਼ਾਹ ਕਹਿੰਦਾ ਹੈ, ਭੱਜ ਭੱਜ ਵੜਿਆ ਮੰਦਰ ਮਸੀਤੀ, ਕਦੇ ਆਪਣੇ ਅੰਦਰ ਵੜਿਆ ਹੀ ਨਹੀਂ। ਸੋ ਆਪਣੇ ਅੰਦਰ ਵੜਨਾ ਹੈ, ਬਿਰਤੀ ਨੂੰ ਅੰਤਰਮੁਖ ਮੋੜਨਾ ਹੈ। ਜਿਹੜੀ ਬਾਹਰ ਦੌੜਦੀ ਹੈ, ਪੰਜ ਗਿਆਨ ਇੰਦਰੀਆ ਹੈ, ਇਹਨਾਂ ਰਾਹੀਂ ਅੰਤःਕਰਨ ਦੀ ਬਿਰਤੀ ਨਿਰੰਤਰ ਬਾਹਰ ਦੌੜਦੀ ਹੈ। ਨਿਰੰਤਰ ਜਾਗਰਤ ਅਵਸਥਾ ਵਿੱਚ ਵੀ ਬਾਹਰ ਦੌੜਦੀ ਰਹਿੰਦੀ ਹੈ। ਸਰੀਰ ਜਿਹੜੀ ਘੋੜੀ ਹੈ, ਦੇਹ ਤੇਜਣ ਜੀ ਰਾਮ ਉਪਾਈਆ ਰਾਮ, ਇਹ ਸਰੀਰ ਰੂਪੀ ਘੋੜੀ ਥੱਕ ਜਾਂਦੀ ਹੈ, ਨੀਂਦ ਆ ਜਾਂਦੀ ਹੈ। ਪਰ ਉਹ ਜਿਹੜੇ ਗਿਆਨ ਇੰਦਰੀ ਹੈ, ਇਹਨਾਂ ਰਾਹੀਂ ਅੰਤःਕਰਨ ਨਹੀਂ ਥੱਕਦਾ। ਉਹ ਫਿਰ ਸੁਪਨ ਦੇ ਵਿੱਚ ਗਿਆਨ ਇੰਦਰੀਆਂ ਰਾਹੀਂ ਬਾਹਰ ਦੌੜ ਲਾਈ ਛੱਡਦਾ ਹੈ। ਉਹ ਇੱਕ ਖਿਣ ਨਹੀਂ ਟਿਕਦਾ। ਤਾਂ ਹੀ ਕਿਹਾ ਨਾ, ਕਬੂ ਜੀੜਾ ਉਹ ਚੜ੍ਹਦਾ ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨ ਰਹਿਤਾ ਚਾਰੇ ਕੁੰਡਾਂ ਪਾਲੇ। ਇੱਕ ਛਿਣ ਟਿਕ ਕੇ ਰਾਜੀ ਨਹੀਂ ਹੈ ਉਹ। ਬਾਹਰ ਮੁਖ ਉਹਦੀ ਦੌੜ ਲੱਗੀ ਹੋਈ ਹੈ। ਗਿਆਨ ਇੰਦਰੀਆਂ ਰਾਹੀਂ ਅੱਖਾਂ ਰਾਹੀਂ ਰੂਪ ਵੱਲ ਦੌੜੀ ਜਾਵੇ, ਕੰਨਾਂ ਰਾਹੀਂ ਨਾਦ ਵੱਲੇ ਦੌੜੀ ਜਾਵੇਗਾ, ਨਾਸਕਾਂ ਰਾਹੀਂ ਸੁਗੰਧੀ ਵੱਲ ਦੌੜੀ ਜਾਵੇਗਾ, ਜੀਵਾ ਰਾਹੀਂ ਰਸ ਵੱਲ, ਚਮੜੀ ਰਾਹੀਂ ਸਪਰਸ਼ ਵੱਲ। ਜਾਗਰਤ ਅਵਸਥਾ ਵਿੱਚ ਵੀ ਇਹ ਦੌੜ ਲੱਗੀ ਹੈ। ਸਰੀਰ ਰੂਪੀ ਘੋੜੀ ਥੱਕ ਜਾਂਦੀ ਹੈ, ਸੌਂ ਜਾਂਦੀ ਹੈ, ਉਹ ਨਹੀਂ ਸੌਂਦਾ। ਉਹ ਸੁਪਨਮਈ ਸੰਸਾਰ ਆਪਣੀ ਅਵਿਦਿਆ ਦੀ ਸ਼ਕਤੀ ਨਾਲ ਰਚ ਕੇ ਉੱਥੇ ਦੌੜਾਂ ਲਾਉਂਦਾ, ਫਿਰ ਉੱਥੇ ਭੱਜਦਾ ਹੈ। ਇਹਨਾਂ ਇੰਦਰੀਆਂ ਰਾਹੀਂ ਬਾਹਰ ਮੁਖ। ਜਿੰਨਾ ਚਿਰ ਦੌੜ ਬਾਹਰ ਮੁਖ ਰਹੇਗੀ, ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈ, ਲੱਭਣ ਵਾਲਾ ਨਹੀਂ ਹੈ। ਇਹ ਦੌੜ ਅੰਤਰਮੁਖ ਕਰਨੀ ਪਵੇਗੀ। ਅਤੇ ਗੁਰੂ ਦੇ ਸ਼ਬਦ ਦੁਆਰਾ ਸੰਗਤ ਵਿੱਚ ਜਾ ਕੇ ਜਿਹੜੀ ਸਮਝ ਪੈਂਦੀ ਹੈ ਕਿ ਸੁਰਤ ਨੂੰ ਅੰਤਰਮੁਖ ਕਿਸ ਤਰ੍ਹਾਂ ਮੋੜਨਾ ਹੈ। ਸ਼ਬਦ ਦਾ ਅਭਿਆਸ ਨਾਲ ਮੁੜਦੀ ਹੈ ਸ਼ਬਦ ਅੰਤਰਮੁਖ ਬਿਰਤੀ ਜਿਹੜੀ ਹੈ। ਸ਼ਬਦ ਦੇ ਅਭਿਆਸ ਨਾਲ, ਜਿਵੇਂ ਕਿਹਾ ਨਾ, ਹਿਚ ਹੈ ਤਾਂ ਪ੍ਰੇਮ ਕੇ ਚਾਬਕ ਮਾਰੋ, ਧਾਵਤ ਜਾਂਦਾ ਵਰਜ ਰਹਾਇਆ। ਇਹ ਦੌੜ ਦੌੜ ਕੇ ਜਿਹੜਾ ਬਾਹਰ ਭੱਜਦਾ ਹੈ ਨਾ, ਇਹਨੂੰ ਅੰਤਰਮੁਖ ਮੋੜ ਕੇ ਲਿਆਉਣਾ ਹੈ। ਅੰਤःਕਰਨ ਦੀ ਬਿਰਤੀ ਨੂੰ ਮੋੜ ਮੋੜ ਕੇ ਅੰਦਰ ਲਿਆਉਣਾ ਹੈ। ਜੈਸੇ ਅਭਿਆਸ ਕਰਦੇ ਹਾਂ, ਸਤਿਨਾਮ ਸ੍ਰੀ ਵਾਹਿਗੁਰੂ ਜਪਦੇ ਹਾਂ, ਅਤੇ ਸੁਰਤ ਜਿਹੜੀ ਅੰਤःਕਰਨ ਦੀ ਦੌੜ ਕੇ ਬਾਹਰ ਭੱਜੀ ਫਿਰਦੀ ਹੈ। ਇਹਨੂੰ ਸ਼ਬਦ ਦੀ ਤਾੜਨਾ ਦੇ ਨਾਲ ਮੋੜ ਕੇ ਲਿਆਉਣਾ, ਸ਼ਬਦ ਦੇ ਵਿੱਚ ਜੋੜਨਾ ਹੈ। ਫਿਰ ਦੌੜ ਗਈ ਹੈ, ਫਿਰ ਮੋੜ ਕੇ ਲਿਆ ਕੇ ਜੋੜਨਾ ਹੈ। ਇਹੀ ਅਭਿਆਸ ਹੈ। ਜੈਸੇ ਮੂੰਹ ਜੋਰ ਘੋੜਾ ਹੈ, ਉਹ ਆਪਣੀ ਮਨਮਰਜ਼ੀ ਦੇ ਨਾਲ ਚੱਲਣਾ ਚਾਹੁੰਦਾ ਹੈ, ਅਸਵਾਰ ਦੇ ਆਖੇ ਨਹੀਂ ਲੱਗਦਾ। ਪਰ ਸਵਾਰ ਜੇ ਹੱਠ ਨਹੀਂ ਛੱਡਦਾ, ਵਾਰ ਵਾਰ ਉਹਦੇ 'ਤੇ ਅਸਵਾਰੀ ਕਰਦਾ, ਭਾਵੇਂ ਉਹ ਘੋੜਾ ਉਹਨੂੰ ਡੇਗ ਦਿੰਦਾ, ਫਿਰ ਉਹ ਸਵਾਰੀ ਕਰਦਾ। ਆਖਰਕਾਰ ਘੋੜੇ ਨੇ ਹੰਭ ਜਾਣਾ। ਜਦੋਂ ਤੁਸੀਂ ਘੋੜੇ ਨੂੰ ਵਾਰ ਵਾਰ ਮੋੜੋਗੇ ਨਾ, ਵਾਰ ਵਾਰ ਉਹਦੇ 'ਤੇ ਯਤਨ ਕਰੋਗੇ ਚੜ੍ਹਨ ਦਾ, ਉਹ ਨੱਠੇਗਾ, ਭੱਜੇਗਾ, ਉਹ ਆਪਣੀ ਜਾਨ ਛਡਾਉਣੀ ਚਾਹੇਗਾ, ਅਤੇ ਕਿੰਨਾ ਕੁ ਚਿਰ ਹੈ। ਆਖਰ ਤਾਂ ਉਹਨੇ ਥੱਕਣਾ ਹੀ ਹੈ। ਜਦੋਂ ਥੱਕ ਜਾਏਗਾ, ਫਿਰ ਖਲੋ ਜਾਏਗਾ, ਸੀਲ ਹੋ ਕੇ ਲਓ ਸਵਾਰੀ ਕਰ ਲਓ। ਫਿਰ ਸਵਾਰ ਜਦੋਂ ਸਵਾਰ ਹੋਵੇਗਾ, ਜਿਹੜਾ ਹਠੀਲਾ ਸਵਾਰ ਹੋਵੇਗਾ, ਜਿਹਦੇ ਅੰਦਰ ਉਹ ਹਠ ਹੀ ਨਹੀਂ ਹੈ, ਸਾਹਸ ਨਹੀਂ ਹੈ, ਉਹ ਤਾਂ ਇੱਕ ਦੋ ਵਾਰੀ ਯਤਨ ਕਰਕੇ ਛੱਡ ਕਿਉਂ ਜਾਵੇਗਾ, ਸੱਟ ਲਵਾਉਣੀ ਹੈ, ਇਹ ਤਾਂ ਡਿੱਗ ਹੀ ਜਾਂਦਾ ਹੈ, ਉਹ ਛੱਡ ਕੇ ਪਰੇ ਹੋ ਜਾਏਗਾ। ਜਿਹੜਾ ਹਠੀਲਾ ਸਵਾਰ ਹੈ ਉਹ ਨਹੀਂ ਛੱਡੇਗਾ। ਅਤੇ ਜਦ ਉਹ ਘੋੜਾ ਆਖਰਕਾਰ ਖਲੋ ਜਾਏਗਾ, ਫਿਰ ਉਹ ਸਵਾਰ ਹੋ ਕੇ ਅਤੇ ਮਨ ਮਰਜ਼ੀ ਨਾਲ ਘੋੜੇ ਨੂੰ ਚਲਾਵੇਗਾ, ਅਤੇ ਘੋੜਾ ਚੱਲੇਗਾ ਵੀ ਸਵਾਰ ਦੀ ਮਰਜ਼ੀ ਦੇ ਨਾਲ, ਇਸ਼ਾਰੇ ਨਾਲ ਚੱਲੇਗਾ। ਫਿਰ ਇਸੇ ਤਰ੍ਹਾਂ ਅੰਤःਕਰਨ ਜਿਹੜਾ ਹੈ, ਮੂੰਹ ਜੋਰ ਘੋੜਾ ਹੀ ਹੈ। ਤਾਂ ਹਠੀਲੇ ਸਵਾਰ ਬਿਨਾਂ ਕੀ ਹੁੰਦਾ ਹੈ ਕਿ ਇੱਕ ਦੋ ਵਾਰੀ ਯਤਨ ਕੀਤਾ, ਬੈਠੇ ਹਾਂ ਨਿਤਨੇਮ ਕਰਨ, ਬੈਠੇ ਹਾਂ ਬਾਣੀ ਪੜ੍ਹਨ, ਮਨ ਟਿਕਿਆ ਨਹੀਂ, ਅਤੇ ਕਿਹਾ ਛੱਡੋ ਖੜਾ, ਮਨ ਤਾਂ ਟਿਕਦਾ ਨਹੀਂ ਹੈ, ਕੀ ਫਾਇਦਾ, ਜਦੋਂ ਟਿਕੇਗਾ ਵੇਖ ਲਾਂਗੇ, ਹਾਲੇ ਤਾਂ ਟਿਕਦਾ ਹੀ ਨਹੀਂ ਮਨ, ਕੀ ਫਾਇਦਾ ਬਾਣੀ ਪੜ੍ਹਨ ਦਾ।
ਤਾਂ ਇਹ ਹਠੀਲਾ ਸਵਾਰ ਨਹੀਂ ਹੈ। ਜਿਸ ਤਰ੍ਹਾਂ ਇਹ ਹੱਠ ਛੱਡ ਦੇਵੇਗਾ ਤੇ ਅਧੋਗਤੀ ਨੂੰ ਜਾਵੇਗਾ। ਤਾਂ ਇਹ ਤੇ ਮੂੰਹ ਜੋਰ ਘੋੜਾ ਹੈ, ਇਹਦੇ ਤੇ ਹੱਠ ਕਰਕੇ ਸਵਾਰੀ ਕਰਨੀ ਪੈਂਦੀ ਹੈ। ਪ੍ਰੇਰ ਕੇ ਪ੍ਰੇਮ ਨਾਲ ਵੀ ਤੇ ਹੱਠ ਵੀ ਕਰਨਾ ਪੈਂਦਾ। ਜੈਸੇ ਕਿ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਕਮਾਏ। ਝਗੜਾ ਵੀ ਇਹਦੇ ਨਾਲ ਹੀ ਹੈ, ਲੜਨਾ ਵੀ ਇਹਦੇ ਨਾਲ, ਤੇ ਪ੍ਰੇਮ ਵੀ ਕਰਨਾ। ਜਿਵੇਂ ਛੋਟੇ ਬਾਲਕ ਨੂੰ ਪ੍ਰੇਮ ਨਾਲ ਵੀ ਵਿਰਚਾ ਲਈਦਾ, ਦਬਕ ਕੇ ਵੀ ਵਿਰਚਾ ਲਈਦਾ, ਆਖੇ ਲਾ ਲਈਦਾ। ਇਸੇ ਤਰ੍ਹਾਂ ਇਹ ਅੰਤःਕਰਨ ਹੈ। ਪ੍ਰੇਮ ਨਾਲ ਵੀ ਚਾਹੇ ਤਾਂ ਪ੍ਰੇਮ ਕੇ ਚਾਬਕ ਮਾਰੋ, ਪ੍ਰੇਮ ਦੇ ਚਾਬਕ ਮਾਰ ਕੇ ਵੀ ਮੋੜ ਕੇ ਲਿਆਉਣਾ। ਜੇ ਹਟਦਾ ਹੀ ਨਹੀਂ ਹੈ, ਦੌੜਨੋਂ ਬਾਹਰ ਜਾਈ ਜਾਂਦਾ, ਫਿਰ ਦਬਕੇ ਨਾਲ ਵੀ ਲਿਆਉਣਾ ਹੈ, ਤਾੜਨਾ ਦੇ ਕੇ ਵੀ ਲਿਆਉਣਾ ਹੈ। ਤੇ ਬਾਹਰ ਮੁਖ ਜਾਵੇਂਗਾ ਤੇ ਫਿਰ ਜਮਾਂ ਦੇ ਵਸ ਪਵੇਂਗਾ। ਫਿਰ ਜਮਾਂ ਦੇ ਵਸ ਪੈ ਕੇ ਉੱਥੇ ਤਪਦੇ ਤੇਲ ਦੇ ਕੜਾਹਿਆਂ 'ਚ ਤਾਇਆ ਜਾਵੇਂਗਾ। ਤੱਤੇ ਥੰਮਾਂ ਨਾਲ ਜੱਫੀਆਂ ਪਵਾਈਆਂ ਜਾਣਗੀਆਂ। ਵਰਤਰੇ ਰਾਵਣ ਜਾਏ ਸਹੀ ਤਾਂ ਲਾਜੀ, ਐਸੀਆਂ ਤਾੜਨਾਵਾਂ ਦੇ ਕੇ ਭੈ ਦੇ ਕੇ ਇਹਨੂੰ ਮੋੜ ਕੇ ਲਿਆਉਣਾ। ਕਦੇ ਪ੍ਰੇਮ ਨਾਲ ਵੀ ਮੋੜ ਕੇ ਲਿਆਉਣਾ। ਭਲਿਆ ਗੁਰੂ ਦਾ ਸ਼ਬਦ ਸੁਣ। ਜਿਹੜੇ ਰਸਾਂ 'ਚ ਭੱਜਾ ਫਿਰਦਾ ਨਾ, ਇਹ ਰਸ ਉਸ ਰਸ ਦੇ ਤੁੱਲ ਇਹਨਾਂ ਦੀ ਇੰਨੀ ਵੀ ਔਕਾਤ ਨਹੀਂ ਕਿ ਜੈਸੇ ਸਮੁੰਦਰ ਦੇ ਵਿੱਚ ਇੱਕ ਪਾਣੀ ਦੀ ਬੂੰਦ ਲੈ ਕੇ ਉਹਦਾ ਕਰੋੜਵਾਂ ਹਿੱਸਾ ਕਰ ਲਈਏ ਨਾ, ਤੇ ਉਹ ਕਰੋੜਵੇਂ ਹਿੱਸੇ ਦੇ ਬਰਾਬਰ ਵਿਸ਼ੇ ਰਸ ਨਹੀਂ ਹੈ। ਪਰ ਉਹ ਬ੍ਰਹਮਾਨੰਦ ਦਾ ਰਸ ਅਥਾਹ ਸਾਗਰ ਦੀ ਨਿਆਈ ਹੈ। ਚੱਲ ਤੈਨੂੰ ਉਹ ਰਸ ਛਕਾਉਣੇ ਆ, ਉਹ ਰਸ ਲੈ। ਇਹ ਕਿਹੜੇ ਵਿਸ਼ੇ ਰਸਾਂ 'ਚ ਫਸਿਆ? ਪ੍ਰੇਮ ਨਾਲ ਵੀ ਇਹਨੂੰ ਲਾਲਚ ਦੇ ਕੇ ਵੀ ਵਿਰਚਾ ਕੇ ਲਿਆਉਣਾ। ਇਉਂ ਯਤਨ ਪੂਰਵਕ ਹੀ ਹੈ। ਹਿਚਹਿ ਤਾਂ ਪ੍ਰੇਮ ਕੇ ਜਾਬਕ ਮਾਰੋ। ਅੰਤਰਮੁਖ ਬਿਰਤੀ ਬਣਾਉਣੀ। ਜਦੋਂ ਅੰਤਰਮੁਖ ਬਿਰਤੀ ਬਣ ਜਾਂਦੀ ਹੈ, ਬਾਹਰ ਦੀ ਦੌੜ ਸਮਾਪਤ ਹੋ ਜਾਂਦੀ ਹੈ। ਜੈਸੇ ਕਬੀਰ ਸਾਹਿਬ ਜੀ ਨੇ ਕਿਹਾ, ਮੂੰਦ ਲੀਏ ਦਰਵਾਜੇ, ਜਿਨ੍ਹਾਂ ਰਾਹੀਂ ਇਹ ਅੰਤःਕਰਨ ਬਾਹਰ ਦੌੜਦਾ ਸੀ ਨਾ, ਉਹ ਗਿਆਨ ਇੰਦਰੀਆਂ ਰੂਪੀ ਦਰਵਾਜੇ ਮੁੰਦ ਲਏ, ਬੰਦ ਕਰ ਲਏ। ਬਾਹਰ ਜਾਣ ਹੀ ਨਹੀਂ ਦਈਦਾ ਇਹਨੂੰ। ਤੇ ਜਦੋਂ ਮੂੰਦ ਲੀਏ ਦਰਵਾਜੇ, ਫਿਰ ਬਾਜੀ ਵਾਲੇ ਅਨਹਦ ਬਾਜੇ, ਉਹ ਅੰਦਰੋਂ ਹੀ ਅਨਾਦ ਨਾਦ ਦੇ ਬਾਜੇ ਵੱਜਣ ਲੱਗ ਪੈਂਦੇ ਆ। ਸੋ ਕਬੀਰ ਸਾਹਿਬ ਜੀ ਫਰਮਾਉਂਦੇ, ਕਹਿੰਦੇ ਜੋ ਬਾਹਰ ਸੋ ਭੀਤਰ ਜਾਣਿਆ। ਜੋ ਬਾਹਰ ਲੱਭਦੇ ਸੀ, ਢੂੰਡਦੇ ਸੀ, ਬੜੀ ਦੌੜ ਸੀ। ਕਦੇ ਪਹਾੜਾਂ ਦੀਆਂ ਗੁਫਾਵਾਂ 'ਚ ਜਾ ਕੇ ਲੱਭਦੇ ਫਿਰਦੇ ਸੀ, ਕਦੇ ਹਿਮਾਲਿਆ ਪਰਬਤਾਂ 'ਤੇ, ਕਦੇ ਤੀਰਥਾਂ 'ਤੇ, ਕਦੇ ਦੱਖਣ 'ਤੇ, ਕਦੇ ਪੱਛਮ, ਕਦੇ ਮੰਦਰ 'ਤੇ, ਕਦੇ ਮਸਜਿਦ 'ਚ। ਪਰ ਸਤਿਗੁਰਾਂ ਨੇ ਕਿਰਪਾ ਕੀਤੀ ਤੇ ਬਿਰਤੀ ਅੰਤਰਮੁਖ ਜਿਸ ਵੇਲੇ ਮੋੜੀ ਹੈ, ਤਾਂ ਉਹ ਭੀਤਰ ਜਾਣਿਆ, ਅੰਦਰੋਂ ਜਾਣ ਲਿਆ, ਅੰਦਰੋਂ ਹੀ ਲੱਭ ਗਿਆ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸੋਈ ਖੋਜ ਤੇ ਪਾਇਓ ਸੋਈ ਠੌਰ। ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਿ ਤੌਰ। ਜਿਹਨੂੰ ਹੋਰ ਕਰਕੇ ਲੱਭ ਰਹੇ ਸੀ ਨਾ, ਉਹ ਤੇ ਗੁਰਾਂ ਨੇ ਕਿਰਪਾ ਕੀਤੀ, ਜਾਣਿਆ ਕਿ ਉਹ ਤੇ ਮੈਂ ਹੀ ਸ਼ੁੱਧ ਚੇਤਨ ਸਰੂਪ ਬ੍ਰਹਮ ਹਾਂ। ਅੰਦਰ ਹੀ ਹੈ ਉਹ, ਭੀਤਰ ਜਾਣਿਆ, ਅੰਦਰੋਂ ਹੀ ਜਾਣ ਲਿਆ। ਭਇਆ ਭੇਦ ਭੂਪਤ ਪਹਿਚਾਨਿਆ। ਕਹਿੰਦੇ ਭਇਆ ਭੇਦ। ਜਦੋਂ ਸਤਿਗੁਰੂ ਸਾਹਿਬਾਂ ਦੇ ਸ਼ਬਦ ਦੁਆਰਾ ਭੇਦ ਨਾਮੇ ਰਾਜ, ਜਦੋਂ ਰਾਜ ਦੀ ਗੱਲ ਪਤਾ ਲੱਗੀ ਨਾ, ਪਰਮੇਸ਼ਰ ਦੀ ਪ੍ਰਾਪਤੀ ਦਾ ਭੇਦ ਪ੍ਰਾਪਤ ਹੋਇਆ, ਤਾਂ ਭੂਪਤ ਪਹਿਚਾਨਿਆ। ਉਹ ਜਿਹੜਾ ਭੂਪਤ ਸੀ, ਪ੍ਰਿਥਵੀਪਤੀ, ਉਹ ਆਪਣਾ ਸ਼ੁੱਧ ਸਰੂਪ, ਭੂਪਤ ਕਹੀਏ ਉਹ ਰਾਜਿਆਂ ਦਾ ਰਾਜਾ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਉਹ ਜੋ ਰਾਜਿਆਂ ਦਾ ਰਾਜਾ ਹੈ, ਸਮਰਾਟਾਂ ਦਾ ਸਮਰਾਟ ਹੈ, ਆਤਮਾ ਸਰੂਪ ਪਹਿਚਾਨਿਆ, ਅੰਦਰੋਂ ਪਹਿਚਾਨ ਲਿਆ। ਜਦੋਂ ਉਹ ਸਰੂਪ ਨੂੰ ਪਛਾਣ ਲਿਆ, ਉਹਦੇ ਵਿੱਚ ਮਿਲ ਕੇ ਆਨੰਦਿਤ ਹੋ ਗਏ ਹਾਂ। ਇਹ ਰਸ ਛੱਡੇ ਉਹ ਰਸ ਆਵਾ। ਇਹ ਵਿਸ਼ੇ ਰਸ ਛੱਡੇ ਜਦੋਂ ਬਾਹਰ ਮੁਖ ਬਿਰਤੀ ਨੂੰ ਰੋਕ ਕੇ ਅੰਤਰਮੁਖ ਮੋੜਿਆ, ਤਾਂ ਉਹ ਰਸ ਆਇਆ। ਜਦ ਉਹ ਰਸ ਆ ਗਿਆ, ਹੁਣ ਇਹ ਰਸ ਨਹੀਂ ਪਾਵਾ, ਫਿੱਕੇ ਲੱਗਣ ਲੱਗ ਪਏ, ਨਹੀਂ ਚੰਗੇ ਲੱਗਦੇ।
ਅਗਿਆਨਤਾ ਵਸ ਜੀਵ ਨੂੰ ਖੂਹ ਦੇ ਡੱਡੂ ਵਾਤੇ ਵਿਸ਼ੇ ਰਸ ਚੰਗੇ ਲੱਗ ਰਹੇ, ਕਿਉਂਕਿ ਇਹਨੇ ਅਥਾਹ ਸਾਗਰ ਦੀ ਗਹਿਰਾਈ ਤੇ ਵਿਸ਼ਾਲਤਾ ਦਾ ਰਸ ਲਖਿਆ ਹੀ ਨਹੀਂ। ਤਾਂ ਤੇ ਸੰਸਾਰੀ ਜੀਵ ਨੂੰ ਸਤਿਪੁਰਖ ਗੁਰੂਦੇਵ ਜਿੰਨਾ ਮਰਜ਼ੀ ਸਮਝਾਉਣ, ਉਹਨੂੰ ਲੱਗਦਾ ਇਹ ਮਿੱਥਿਆ ਬੋਲਦੇ ਹੈ। ਬਾਹਰੋਂ ਚਾਹੇ ਉਹ ਸਿਰ ਹਿਲਾਈ ਵੀ ਜਾਵੇ, ਅੰਦਰੋਂ ਨੂੰ ਲੱਗਦਾ ਨਹੀਂ ਇਹ ਮਿੱਥਿਆ ਹੀ ਗੱਲ ਹੈ। ਵਿਸ਼ੇ ਰਸ ਤੋਂ ਵੱਡਾ ਥੋੜ੍ਹੀ ਸੁੱਖ ਹੋ ਸਕਦਾ ਕੋਈ। ਸੰਸਾਰੀ ਜੀਵ ਨੂੰ ਐਸਾ ਹੀ ਲੱਗਦਾ ਜਿਵੇਂ ਖੂਹ ਵਿਚਲਾ ਡੱਡੂ, ਖੂਹ ਦੀ ਬੰਨ੍ਹ 'ਤੇ ਬੈਠੇ ਜਿਹੜਾ ਡੱਡੂ ਹੈ ਉਹਨੂੰ ਕਹਿੰਦਾ ਹੈ ਕਿ ਕਿੱਡਾ ਕੁ ਵੱਡਾ ਤੇਰੇ ਕੋਲ ਆਨੰਦ। ਕਹਿੰਦਾ ਬਹੁਤ ਵੱਡਾ। ਖੂਹ ਵਿਚਲਾ ਡੱਡੂ ਇੱਕ ਛਾਲ ਮਾਰਦਾ, ਦੂਜੀ ਤੀਜੀ, ਆਖਰ ਇੱਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤੱਕ ਛਾਲ ਮਾਰ ਕੇ ਕਹਿੰਦਾ ਤੇਰਾ ਸਮੁੰਦਰ ਜਿਹਦਾ ਤੂੰ ਨਾਂ ਲੈਂਦਾ ਏਡਾ ਕੁ ਵੱਡਾ ਹੋਣਾ। ਉਹ ਕਹਿੰਦਾ ਨਹੀਂ ਭਲਿਆ, ਉਹ ਤਾਂ ਬਹੁਤ ਵੱਡਾ ਹੀ ਮੌਰਿਆ, ਬਹੁਤ ਵੱਡਾ, ਉਹਦੇ ਡੂੰਘਾ ਹੀ ਬੜਾ, ਉਹਦੇ ਵਿਸ਼ਾਲ ਹੀ ਬੜਾ, ਉਹਦਾ ਅਤੇ ਆਨੰਦ ਹੀ ਬੜਾ ਵੱਡਾ। ਖੂਹ ਵਿਚਲਾ ਡੱਡੂ ਕਹਿੰਦਾ ਉਹ ਤੂੰ ਐਵੇਂ ਝੂਠ ਹੀ ਬੋਲੀ ਜਾਂਦਾ, ਇਹ ਤੋਂ ਵੱਡੀ ਥੋੜ੍ਹੀ ਚੀਜ਼ ਹੁੰਦੀ ਕੋਈ। ਸੋ ਵਿਸ਼ਈ ਜੀਵ ਜਿਹੜਾ ਸੰਸਾਰੀ ਰਸਾਂ ਵਿੱਚ ਫਸਿਆ ਹੈ, ਸਤਿਪੁਰਖ ਨੂੰ ਕਹਿੰਦੇ ਬ੍ਰਹਮਾਨੰਦ ਦਾ ਰਸ ਬਹੁਤ ਵੱਡਾ ਹੈ। ਉਹ ਕਹਿੰਦਾ ਨਹੀਂ ਸੰਤੋ, ਤੁਸੀਂ ਝੂਠ ਹੀ ਬੋਲੀ ਜਾਂਦੇ ਹੋ, ਵਿਸ਼ੇ ਰਸ ਤੋਂ ਵੱਡਾ ਤਾਂ ਕੋਈ ਸੁੱਖ ਹੋ ਹੀ ਨਹੀਂ ਸਕਦਾ। ਬੜੇ ਰਸ ਹੈ ਸੰਸਾਰ ਦੇ, ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ। ਪਰ ਸੰਸਾਰੀ ਜੀਵ ਨੇ ਇਹਨਾਂ ਸਾਰਿਆਂ ਰਸਾਂ ਤੋਂ ਵੱਡਾ ਰਸ ਇੱਕੋ ਹੀ ਰਸ ਮੰਨਿਆ, ਵਿਸ਼ੇ ਰਸ। ਅਤੇ ਕਹਿੰਦੇ ਇਹਦੇ ਨਾਲ ਵੱਡਾ ਰਸ ਹੀ ਨਹੀਂ ਹੁੰਦਾ। ਪਰ ਜਦੋਂ ਇਹ ਛੱਡ ਦਿੱਤੇ ਜਾਣ ਤਾਂ ਹੋਣਾ। ਜੇ ਕਹੀਏ ਵਿਸ਼ੇ ਰਸ ਵੀ ਮਾਣੀਏ ਅਤੇ ਉਹ ਵੀ ਰਸ ਮਾਣੀਏ ਤਾਂ ਦੋਨੋਂ ਸੰਭਵ ਨਹੀਂ ਇੱਕੇ ਕਾਲ। ਇਹ ਰਸ ਛਾਡੇ ਉਹ ਰਸ ਆਵਾ। ਇੱਧਰੋਂ ਅਸੀਂ ਬਿਰਤੀ ਨੂੰ ਹਟਾਵਾਂਗੇ, ਜਿਹੜੀ ਬਿਰਤੀ ਇੱਧਰ ਫਸੀ ਹੋਈ ਹੈ, ਇਸ ਬਿਰਤੀ ਨੂੰ ਇੱਧਰੋਂ ਰੋਕ ਕੇ ਸ਼ਬਦ ਦੇ ਅਭਿਆਸ ਨਾਲ ਅੰਤਰਮੁਖ ਮੋੜ ਕੇ ਜਦ ਘਟ ਵਿੱਚ ਲੈ ਕੇ ਜਾਵਾਂਗੇ, ਹਿਰਦੇ ਵਿੱਚ ਬਿਰਤੀ ਪਹੁੰਚੇਗੀ ਤਾਂ ਉਹ ਰਸ ਆਵਾ, ਬ੍ਰਹਮਾਨੰਦ ਦਾ ਰਸ ਆਵੇਗਾ। ਜਦੋਂ ਉਹ ਆਇਆ ਫਿਰ ਪਤਾ ਲੱਗੇਗਾ ਕਿ ਤੇ ਵਿਸ਼ੇ ਰਸ ਦੀ ਤੇ ਕੋਈ ਔਕਾਤ ਹੀ ਨਹੀਂ ਹੈ। ਸਮੇਰ ਪਰਬਤ ਦੇ ਸਾਹਮਣੇ ਇੱਕ ਰੇਤ ਦੇ ਕਣ ਦੀ ਕੀ ਔਕਾਤ ਹੈ, ਇਉਂ ਬ੍ਰਹਮਾਨੰਦ ਦੇ ਸਾਹਮਣੇ ਵਿਸ਼ੇ ਰਸ ਦੀ ਔਕਾਤ ਹੀ ਕੀ ਹੈ। ਇਹ ਨਹੀਂ ਭਾਵਾ, ਫਿਰ ਨਹੀਂ ਇਹ ਚੰਗੇ ਲੱਗਦੇ। ਪਰ ਇਹ ਤਾਂ ਹੀ ਸੰਭਵ ਹੈ ਕਿ ਪਹਿਲਾਂ ਤਾਂ ਛੱਡਣੇ ਹੀ ਪੈਣਗੇ। ਜੇ ਜੀਵ ਕਵੇ ਮੇਰੇ ਤੋਂ ਇਹ ਛੁੱਟਣ ਨਾ, ਇਹ ਵੀ ਮੈਂ ਰਸ ਲੈਂਦਾ ਰਹਾਂ ਪਰ ਮੈਨੂੰ ਉਹ ਵੀ ਮਿਲ ਜੇ, ਤਾਂ ਇਹ ਕੋਈ ਨਿਯਮ ਨਹੀਂ ਹੈ। ਐਸੀ ਕੋਈ ਗੁਰੂ ਤਥਾ ਪਰਮੇਸ਼ਰ ਵੱਲੋਂ ਮਰਜ਼ਾਦਾ ਨਹੀਂ ਹੈ। ਇਹ ਛੱਡਣੇ ਪੈਣਗੇ ਇਹਨਾਂ ਵੱਲੋਂ ਉਪਰਾਮਤਾ, ਜਿਹਨੂੰ ਕਿ ਪਹਿਲਾਂ ਮਰਨ ਕਬੂਲ। ਮਰਨਾ ਕਬੂਲ ਕੀ ਹੈ? ਸੰਸਾਰ ਦੇ ਰਸਾਂ ਨੂੰ ਤਿਆਗ ਦੇਣਾ, ਛੱਡ ਦੇਣਾ, ਵੈਰਾਗਯ ਧਾਰਨ ਕਰ ਲੈਣਾ। ਧਰਮ ਦੀ ਦੁਨੀਆ ਦੇ ਵਿੱਚ ਪ੍ਰਥਮਲਾ ਚਰਨ ਵੈਰਾਗਯ ਹੀ ਹੈ। ਪ੍ਰਥਮ ਮਨ ਵੈਰਾਗਯ ਧਾਰਨ ਕਰੇ, ਸੰਸਾਰ ਤੋਂ ਉਪਰਾਮ ਹੋ ਜਾਵੇ, ਫਿਰ ਇੱਧਰ ਨੂੰ ਮਾਰਗ ਆਰੰਭ ਹੁੰਦਾ ਹੈ। ਪਹਿਲਾ ਮਰਨ ਕਬੂਲ ਜੀਵਨ ਕੀ ਛੰਡਾਸ, ਹੋ ਸਭਨ ਕੀ ਰੇਨਕਾ ਤੋ ਆਓ ਹਮਾਰੇ ਪਾਸ। ਮਰਨਾ ਇਹ ਨਹੀਂ ਹੈ ਕਿ ਇਉਂ ਛਾਲ ਮਾਰ ਕੇ ਮਰ ਜਾਣਾ, ਸਰੀਰ ਛੱਡ ਦੇਣਾ। ਮਰਨਾ ਹੀ ਹੋ ਕਿ ਰਸ ਛੱਡ ਦੇਣੇ, ਤਿਆਗ ਦੇਣੇ। ਸੰਸਾਰ ਛੱਡ ਦਿੱਤਾ, ਸੰਸਾਰ ਦਾ ਮੋਹ ਛੱਡ ਦਿੱਤਾ ਹੈ, ਸੰਸਾਰ ਦੇ ਰਸ ਛੱਡ ਦਿੱਤੇ ਹੈ, ਗੁਰੂ ਦੇ ਚਰਨਾਂ 'ਚ ਆ ਗਏ। ਹੁਣ ਗੁਰੂ ਦੇ ਹੁਕਮ ਦੇ ਅਨੁਸਾਰੀ ਹੋ ਕੇ ਚੱਲਾਂਗੇ, ਜਿਵੇਂ ਗੁਰੂਦੇਵ ਕਹਿਣਗੇ। ਹੁਣ ਗੁਰੂ ਦੇ ਹੁਕਮ ਵਿੱਚ ਬਾਝੇ, ਗੁਰੂ ਗੋਰ ਮੈਂ ਕੀਨ ਸਮਾਏ। ਜਿਵੇਂ ਸਤਿਗੁਰੂ ਜੀ ਹੁਕਮ ਲਾਉਣਗੇ ਤਥਾ ਹੁਕਮ ਨੂੰ ਸਵੀਕਾਰ ਨਹੀਂ ਕਰਾਂਗੇ। ਇਸ ਤਰ੍ਹਾਂ ਜਦ ਕੋਈ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਸਤਿਗੁਰੂ ਜੀ ਫਿਰ ਕਿਰਪਾ ਕਰਕੇ ਉਹਦੀ ਬਿਰਤੀ ਜਿਹੜੀ ਬਾਹਰ ਦੌੜਦੀ ਸੀ ਨਾ, ਉਹਨੂੰ ਅੰਦਰਲਾ ਰਾਹ ਵਿਖਾ ਦਿੰਦੇ ਆ। ਸਤਿਗੁਰੂ ਜੀ ਜਦੋਂ ਅੰਦਰਲਾ ਰਾਹ ਵਿਖਾ ਦਿੰਦੇ ਆ, ਸਰੂਪ ਤੱਕ ਸੁਰਤ ਪਹੁੰਚ ਜਾਂਦੀ ਹੈ। ਅਭਿਆਸ ਨਾਲ ਪਹੁੰਚਣੀ ਹੈ, ਸ਼ਬਦਾ ਅਭਿਆਸ ਨਾਲ। ਜਦੋਂ ਸੁਰਤ ਉੱਥੇ ਪਹੁੰਚ ਜਾਂਦੀ ਹੈ, ਫਿਰ ਆਨੰਦ ਹੀ ਆਨੰਦ ਹੈ। ਭੂਪਤ ਪਹਿਚਾਨਿਆ, ਉਹ ਭੂਪਤ ਜਿਹੜਾ ਰਾਜਾ ਹੈ, ਆਤਮਾ ਸਰੂਪ, ਉਹਦੀ ਪਛਾਣ ਆ ਜਾਂਦੀ ਹੈ, ਤਾਂ ਸਦੀਵੀ ਪਰਮਾਨੰਦ ਵਿੱਚ ਲੀਨਤਾ ਪ੍ਰਾਪਤ ਹੋ ਜਾਂਦੀ ਹੈ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਸ਼ ਬੁੱਧੀ ਦਾਸ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਜੋ ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸ੍ਰੇਸ਼ਟ ਮੱਤ ਦੇਣ ਵਾਲੇ ਹਨ।
ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ, ਸਭ ਹੀ ਸੰਗਤਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ। ਜੋ ਬਾਹਰ ਸੋ ਭੀਤਰ ਜਾਣਿਆ, ਭਇਆ ਭੇਦ ਭੂਪਤ ਪਹਿਚਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।